स्टार्ट। मरहूम डॉक्टर APJ अब्दुल कलाम दा कहना सी कि सुपना ਉਹ नहीं है जो तुसीं नींद विच वेखदे हो। ਇਹ ਤਾਂ ਇੱਕ ਅਜਿਹੀ ਚੀਜ਼ ਹੈ ਜੋ ਨੀਂਦ ਹੀ ਨਹੀਂ ਆਉਣ ਦਿੰਦੀ ਡੰਡੀ। ਅਜਿਹਾ ਨਹੀਂ ਹੈ ਕਿ ਕੇਵਲ ਮਹਾਨ ਹਸਤੀਆਂ 'ਤੇ ਹੀ ਇਹ ਗੱਲ ਲਾਗੂ ਹੁੰਦੀ ਹੈ ਡੰਡੀ। ਅੱਜ ਤਾਂ ਸਾਡੇ ਆਲੇ ਦੁਆਲੇ ਅਨੇਕਾਂ ਲੋਕ ਅਜਿਹੇ ਹਨ ਜੋ ਇਸ ਗੱਲ ਨੂੰ ਮੰਨਦੇ ਹਨ ਅਤੇ ਸਖਤ ਮਿਹਨਤ ਕਰਕੇ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਵਿੱਚ ਕੈਦ ਕਰ ਲੈਂਦੇ ਹਨ ਡੰਡੀ। ਕਿਸਮਤ ਵਿਅਕਤੀ ਖੁਦ ਬਣਾਉਂਦਾ ਹੈ ਡੰਡੀ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਗੁਲਾਬਾਂ ਦੀਆਂ ਟਹਿਣੀਆਂ 'ਤੇ ਕੰਡੇ ਦੇਖਦੇ ਹਾਂ ਜਾਂ ਕੰਡੇ ਵਾਲੀਆਂ ਝਾੜੀਆਂ 'ਤੇ ਗੁਲਾਬ ਡੰਡੀ। ਸੰਕਲਪ ਦੇ ਧਨੀ ਵਿਅਕਤੀ ਸਮੱਸਿਆਵਾਂ ਤੋਂ ਹੀ ਮੌਕੇ ਪੈਦਾ ਕਰ ਲੈਂਦੇ ਹਨ ਡੰਡੀ। ਅਜਿਹੇ ਲੋਕ ਪਰੇਸ਼ਾਨੀਆਂ ਨੂੰ ਕਦੇ ਆਪਣੇ ਮਾਰਗ ਦਾ ਅੜਿੱਕਾ ਨਹੀਂ ਸਮਝਦੇ ਡੰਡੀ। ਆਪਣੇ ਸੁਪਨਿਆਂ ਨੂੰ ਇੰਨਾ ਵੱਡਾ ਕਰ ਲੈਂਦੇ ਹਨ ਕਿ ਅੜਿੱਕੇ ਉਹਨਾਂ ਦੇ ਪੈਰਾਂ ਨੂੰ ਖੰਭ ਲਾ ਦਿੰਦੇ ਹਨ ਡੰਡੀ। ਇਹਨਾਂ ਖੰਭਾਂ ਜ਼ਰੀਏ ਉਹ ਹੌਲੀ ਹੌਲੀ ਉਡਾਨ ਭਰਦੇ ਹਨ ਅਤੇ ਫਿਰ ਖੁਦ ਨੂੰ ਇੰਨਾ ਮਜ਼ਬੂਤ ਬਣਾ ਲੈਂਦੇ ਹਨ ਕਿ ਇੱਕ ਸਮੇਂ ਦੂਜਿਆਂ ਨੂੰ ਖੰਭ ਲਗਾਉਣ ਦੇ ਸਮਰੱਥ ਹੋ ਜਾਂਦੇ ਹਨ ਡੰਡੀ। ਹਾਲਾਤ ਕਦੇ ਵੀ ਕਿਸੇ ਵਿਅਕਤੀ ਦੇ ਮਾਰਗ ਵਿੱਚ ਰੋੜਾ ਨਹੀਂ ਬਣ ਸਕਦੇ ਬਸ਼ਰਤੇ ਵਿਅਕਤੀ ਦੇ ਅੰਦਰ ਹੌਸਲਾ ਅਤੇ ਉਤਸ਼ਾਹ ਹੋਵੇ ਡੰਡੀ। ਜੋ ਵਿਅਕਤੀ ਰਚਨਾਤਮਕ ਅਤੇ ਕਿਰਿਆਸ਼ੀਲ ਹੁੰਦੇ ਹਨ ਉਹ ਆਪਣੇ ਲਈ ਕਿਤਿਓਂ ਵੀ ਪੌੜੀ ਦਾ ਬੰਦੋਬਸਤ ਕਰ ਲੈਂਦੇ ਹਨ ਡੰਡੀ। ਰਾਤੋਂ ਰਾਤ ਸਫਲਤਾ ਕਿਸੇ ਨੂੰ ਨਹੀਂ ਮਿਲਦੀ ਡੰਡੀ। ਦੌੜਾਕ ਹਿਮਾ ਦਾਸ ਨੇ ਜੇ ਅੱਜ ਪੂਰੇ ਵਿਸ਼ਵ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ ਤਾਂ ਇਸ ਲਈ ਕਿਉਂਕਿ ਉਸ ਅੰਦਰ ਜਨੂਨ ਸੀ, ਅੱਗ ਸੀ, ਉਤਸ਼ਾਹ ਸੀ ਅਤੇ ਅੱਗੇ ਵਧਣ ਦੀ ਚਾਹਤ ਸੀ ਡੰਡੀ। ਇਸ ਲਈ ਕੋਈ ਵੀ ਰੋੜਾ ਹਿਮਾ ਦਾਸ ਦੇ ਰਾਹ ਵਿੱਚ ਜ਼ਿਆਦਾ ਦੇਰ ਤੱਕ ਰੁਕਾਵਟ ਨਹੀਂ ਪਾ ਸਕਿਆ ਡੰਡੀ। ਜਦ ਉਸ ਕੋਲ ਦੌੜਨ ਲਈ ਬੂਟ ਨਹੀਂ ਹੁੰਦੇ ਸਨ ਤਾਂ ਉਸ ਨੇ ਦੌੜਨ ਦਾ ਇੱਕ ਨਵਾਂ ਰਚਨਾਤਮਕ ਤਰੀਕਾ ਕੱਢਿਆ ਅਤੇ ਉਹ ਰੇਤ 'ਤੇ ਦੌੜਨ ਦਾ ਅਭਿਆਸ ਕਰਨ ਲੱਗੇ ਡੰਡੀ। ਰੇਤ 'ਤੇ ਦੌੜਨ ਦੇ ਅਭਿਆਸ ਨੇ ਹੀ ਉਸ ਨੂੰ ਸਭ ਤੋਂ ਅਲੱਗ ਬਣਾ ਕੇ ਸਰਬ ਉੱਚ ਦੌੜਾਕਾਂ ਵਿੱਚ ਖੜਾ ਕਰ ਦਿੱਤਾ ਡੰਡੀ। ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਜੇ ਅੰਦਰੂਨੀ ਸਮਰੱਥਾ ਮਜ਼ਬੂਤ ਹੈ ਤਾਂ ਇਨਸਾਨ ਹੋਰ ਜਗ੍ਹਾ ਤੋਂ ਆਪਣੇ ਲਈ ਕੋਈ ਨਾ ਕੋਈ ਮਾਰਗ ਜ਼ਰੂਰ ਕੱਢ ਲਵੇਗਾ ਡੰਡੀ। ਸਟਾਰਟ। ਕੇਂਦਰ ਸਰਕਾਰ ਨੇ ਪਿੰਡਾਂ 'ਚ ਕਰੋਨਾ ਦੀ ਲਾਗ ਫੈਲਣ ਤੋਂ ਰੋਕਣ ਲਈ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਸਿਰਫ ਉਹ ਹੀ ਕਾਫੀ ਨਹੀਂ ਡੰਡੀ। ਉਸ ਨੂੰ ਇਹ ਦੇਖਣਾ ਪਵੇਗਾ ਕਿ ਸੂਬਾ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਇਹਨਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਿਹਾ ਹੈ ਜਾਂ ਨਹੀਂ। ਪ੍ਰਸ਼ਨ ਚਿੰਨ੍ਹ ਵਸੀਲਿਆਂ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਪੇਂਡੂ ਇਲਾਕਿਆਂ 'ਚ ਕਰੋਨਾ ਲਾਗ ਦੀ ਰੋਕਥਾਮ ਲਈ ਸੂਬਿਆਂ ਨੂੰ ਬਹੁਤ ਤੇਜ਼ੀ ਨਾਲ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਡੰਡੀ। ਪਿੰਡ
ਪਿੰਡਾਂ 'ਚ ਸਿਰਫ ਸਿਹਤ ਢਾਂਚਾ ਹੀ ਕਮਜ਼ੋਰ ਨਹੀਂ ਹੈ, ਸਗੋਂ ਸਿਖਲਾਈ ਪ੍ਰਾਪਤ ਸਿਹਤ ਕਾਮਿਆਂ ਦੀ ਵੀ ਘਾਟ ਹੈ। ਡੰਡੀ ਪਿਛਲੇ 1 ਸਾਲ 'ਚ ਇਹਨਾਂ ਮੁਲਾਜ਼ਮਾਂ ਨੂੰ ਕਰੋਨਾ ਨਾਲ ਜੂਝਣ ਲਈ ਸਿਖਲਾਈ ਦੇ ਦਿੱਤੀ ਜਾਣੀ ਚਾਹੀਦੀ ਸੀ, ਪਰ ਲੱਗਦਾ ਹੈ ਕਿ ਅਜਿਹਾ ਨਹੀਂ ਕੀਤਾ ਗਿਆ ਤੇ ਇਸ ਲਈ ਕੇਂਦਰੀ ਸਿਹਤ ਮੰਤਰਾਲੇ ਨੂੰ ਇਹ ਕਹਿਣਾ ਪਿਆ ਕਿ ਕਮਿਊਨਿਟੀ ਸਿਹਤ ਕੇਂਦਰਾਂ ਦੇ ਅਧਿਕਾਰੀਆਂ ਨੂੰ ਰੈਪਿਡ ਐਂਟੀਜਨ ਟੈਸਟਿੰਗ ਲਈ ਸਿਖਲਾਈ ਦਿੱਤੀ ਜਾਵੇ। ਡੰਡੀ ਇਹ ਕੰਮ ਜੰਗੀ ਪੱਧਰ 'ਤੇ ਤੁਰੰਤ ਪ੍ਰਭਾਵ ਨਾਲ ਕਰਨਾ ਹੋਵੇਗਾ ਕਿਉਂਕਿ ਸਮਾਂ ਘੱਟ ਹੈ। ਡੰਡੀ ਪਿੰਡਾਂ 'ਚ ਕਰੋਨਾ ਦੀ ਲਾਗ ਨਾ ਸਿਰਫ ਪਹੁੰਚ ਚੁੱਕੀ ਹੈ, ਸਗੋਂ ਕਹਿਰ ਵੀ ਢਾਹ ਰਹੀ ਹੈ। ਡੰਡੀ ਦੇਸ਼ ਦੇ ਕੁਝ ਪੇਂਡੂ ਇਲਾਕੇ ਤਾਂ ਅਜਿਹੇ ਹਨ ਜਿੱਥੇ ਲਾਗ ਦਾ ਅਸਰ ਸ਼ਹਿਰਾਂ ਤੋਂ ਜ਼ਿਆਦਾ ਦਿਸ ਰਿਹਾ ਹੈ। ਡੰਡੀ ਇਹ ਠੀਕ ਹੈ ਕਿ ਕੇਂਦਰ ਸਰਕਾਰ ਲਗਾਤਾਰ ਵੱਧ ਲਾਗ ਵਾਲੇ ਖੇਤਰਾਂ 'ਚ ਘਰ ਘਰ ਟੈਸਟਿੰਗ 'ਤੇ ਜ਼ੋਰ ਦੇ ਰਹੀ ਹੈ, ਪਰ ਸਮੱਸਿਆ ਇਹ ਹੈ ਕਿ ਲੋੜੀਂਦੀ ਟੈਸਟਿੰਗ ਕਿੱਟ ਮੁਹੱਈਆ ਨਹੀਂ ਹੈ। ਡੰਡੀ ਭਰਾ ਘੱਟ ਤੋਂ ਘੱਟ ਹੁਣ ਤਾਂ ਟੈਸਟਿੰਗ ਕਿੱਟ ਦੀ ਕਮੀ ਨੂੰ ਤਰਜੀਹ ਦੇ ਆਧਾਰ 'ਤੇ ਦੂਰ ਕੀਤਾ ਜਾਣਾ ਚਾਹੀਦਾ ਹੈ। ਡੰਡੀ ਇਹ ਇੱਕ ਮੁਸ਼ਕਲ ਕੰਮ ਹੈ, ਪਰ ਇਸ ਨੂੰ ਕਰਨਾ ਹੀ ਪਵੇਗਾ ਕਿਉਂਕਿ ਇਸੇ ਦੇ ਜ਼ਰੀਏ ਪਿੰਡਾਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕਦਾ ਹੈ। ਡੰਡੀ ਸੂਬਾ ਸਰਕਾਰਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਅਣਦੇਖੀ ਦਾ ਸ਼ਿਕਾਰ ਅਤੇ ਕਮੀਆਂ ਨਾਲ ਜੂਝ ਰਹੇ ਸਿਹਤ ਢਾਂਚੇ ਨੂੰ ਸਮਰੱਥ ਬਣਾਉਣ ਲਈ ਕਮਰ ਕੱਸਣ। ਡੰਡੀ ਜ਼ਿਆਦਾਤਰ ਪੇਂਡੂ ਇਲਾਕਿਆਂ 'ਚ ਜੋ ਮੁੱਢਲੇ ਸਿਹਤ ਕੇਂਦਰ ਅਤੇ ਕਮਿਊਨਿਟੀ ਹੈਲਥ ਸੈਂਟਰ ਹਨ, ਉਹਨਾਂ ਦੀ ਹਾਲਤ ਚੰਗੀ ਨਹੀਂ। ਡੰਡੀ ਅਜਿਹੇ ਤਮਾਮ ਕੇਂਦਰ ਕਿਰਾਏ ਦੀਆਂ ਇਮਾਰਤਾਂ 'ਚ ਤਾਂ ਚੱਲਦੇ ਹੀ ਹਨ, ਉਹਨਾਂ ਦਾ ਕੰਮ ਕਰਨ ਵਾਲੇ ਮੁਲਾਜ਼ਮ ਵੀ ਠੇਕੇ 'ਤੇ ਰੱਖੇ ਜਾਂਦੇ ਹਨ। ਡੰਡੀ ਇਸ ਸਥਿਤੀ ਲਈ ਸੂਬਾ ਸਰਕਾਰਾਂ ਖੁਦ ਤੋਂ ਇਲਾਵਾ ਹੋਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੀਆਂ। ਡੰਡੀ ਉਹਨਾਂ ਨੂੰ ਇਹ ਪਤਾ ਹੀ ਹੋਵੇਗਾ ਕਿ ਸਿਹਤ ਉਹਨਾਂ ਦੇ ਹੀ ਅਧਿਕਾਰ ਖੇਤਰ ਦਾ ਵਿਸ਼ਾ ਹੈ। ਡੰਡੀ ਇਸ 'ਤੇ ਹੁਣ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਡੰਡੀ ਸੂਬਿਆਂ ਨੂੰ ਇਸ ਲਈ ਵੀ ਸਰਗਰਮ ਹੋਣਾ ਪਵੇਗਾ ਕਿ ਟੀਕੇ ਆ ਜਾਣ ਤੋਂ ਬਾਅਦ ਵੀ ਪੇਂਡੂ ਇਲਾਕਿਆਂ 'ਚ ਲੋੜੀਂਦੀ ਗਿਣਤੀ 'ਚ ਟੀਕੇ ਨਹੀਂ ਲੱਗ ਰਹੇ। ਡੰਡੀ ਇਸ ਦਾ ਕਾਰਨ ਟੀਕਾ ਲਗਵਾਉਣ ਪ੍ਰਤੀ ਹਿਚਕਚਾਹਟ ਹੈ, ਜੋ ਅਗਿਆਨਤਾ, ਅੰਧ ਵਿਸ਼ਵਾਸ ਅਤੇ ਅਫਵਾਹਾਂ ਤੋਂ ਉਪਜੀ ਹੈ। ਡੰਡੀ ਬਿਹਤਰ ਹੋਵੇਗਾ ਕਿ ਸੂਬਾ ਸਰਕਾਰਾਂ ਪਿੰਡਾਂ 'ਚ ਟੀਕਾਕਰਨ ਨੂੰ ਲੈ ਕੇ ਨਵੇਂ ਸਿਰੇ ਤੋਂ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਟੀਕੇ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ। ਡੰਡੀ ਜਿਉਂ-ਜਿਉਂ ਸਾਇੰਸ ਦਾ ਯੁੱਗ ਵੱਧ ਰਿਹਾ ਹੈ, ਲੋਕ ਖੁਸ਼ਹਾਲੀ ਦੀ ਮੰਜ਼ਿਲ ਵੱਲ ਵੱਧ ਰਹੇ ਹਨ। ਫਲਸਰੂਪ ਦਿਨ ਪ੍ਰਤੀ ਦਿਨ ਲੱਕੜੀ ਦਾ ਪ੍ਰਯੋਗ ਵੀ ਵੱਧ ਰਿਹਾ ਹੈ, ਜਿਹੜਾ ਸਾਡੀ ਧਰਤੀ ਦੀ ਕੁਦਰਤੀ ਸੁੰਦਰਤਾ ਨੂੰ ਖਤਮ ਕਰ ਰਿਹਾ ਹੈ। ਡੰਡੀ ਸੁੰਦਰ ਹਰੇ ਭਰੇ ਪਹਾੜ ਖੁਸ਼ਕ ਟਿੱਬਿਆਂ ਦਾ ਰੂਪ ਲੈ ਰਹੇ ਹਨ। ਡੰਡੀ ਖੇਤਾਂ ਵਿੱਚ ਦਰੱਖਤਾਂ ਦੀ ਹਰਿਆਵਲ ਖਤਮ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸਾਡੇ ਮੌਸਮ ਵਿੱਚ ਵੀ ਪਹਿਲਾਂ ਨਾਲੋਂ ਭਾਰੀ ਤਬਦੀਲੀਆਂ ਆ ਗਈਆਂ ਹਨ। ਡੰਡੀ ਰੁੱਖ ਹੀ ਨਹੀਂ ਹਨ ਜੋ ਸਾਡੀਆਂ ਦੈਨਿਕ ਲੋੜਾਂ ਪੂਰੀਆਂ ਕਰਦੇ ਹਨ। ਡੰਡੀ ਇਹਨਾਂ ਦੁਆਰਾ ਬੈਠਣ ਸੌਣ ਲਈ ਫਰਨੀਚਰ
ਪੜ੍ਹਨ ਲਿਖਣ ਲਈ ਸਮਾਚਾਰ ਪੱਤਰ, ਰੇਲ ਗੱਡੀਆਂ ਦੇ ਡੱਬੇ, ਬੱਸਾਂ, ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ ਬਣਾਉਣ ਲਈ ਲੱਕੜੀ ਹੀ ਲੋੜੀਂਦੀ ਹੈ। ਡੰਡੀ ਬੱਚਿਆਂ ਲਈ ਖਿਡੌਣੇ, ਖੇਡਣ ਲਈ ਖੇਡਾਂ ਦਾ ਸਮਾਨ, ਖਾਣਾ ਪਕਾਉਣ ਲਈ ਰਸੋਈ ਦੇ ਸਮਾਨ ਦੀ ਪ੍ਰਾਪਤੀ ਰੁੱਖਾਂ ਤੋਂ ਹੀ ਹੁੰਦੀ ਹੈ। ਡੰਡੀ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਆਲੇ ਦੁਆਲੇ ਨੂੰ ਸੁੰਦਰ ਅਤੇ ਸਵੱਛ ਬਣਾਉਣ ਲਈ ਅਨੇਕਾਂ ਕਿਸਮਾਂ ਦੇ ਫਲ, ਮੇਵੇ ਅਤੇ ਫੁੱਲਾਂ ਦੀ ਪ੍ਰਾਪਤੀ ਅਸੀਂ ਰੁੱਖਾਂ ਤੋਂ ਹੀ ਕਰਦੇ ਹਾਂ। ਡੰਡੀ ਇਹਨਾਂ ਤੋਂ ਇਲਾਵਾ ਵੀ ਖੇਤੀਬਾੜੀ ਕਰਨ ਲਈ ਹਲ, ਸੁਹਾਗਾ, ਕੁਲਹਾੜੀ, ਗੱਡਾ, ਦਸਤੇ ਅਸੀਂ ਰੁੱਖਾਂ ਦੀ ਸਹਾਇਤਾ ਨਾਲ ਹੀ ਤਿਆਰ ਕਰਦੇ ਹਾਂ, ਜੋ ਸਾਨੂੰ ਅਨਾਜ ਪੈਦਾ ਕਰਨ ਲਈ ਮਦਦ ਦਿੰਦੇ ਹਨ। ਡੰਡੀ ਅਨੇਕਾਂ ਕਿਸਮ ਦੇ ਪਾਲਤੂ ਅਤੇ ਜੰਗਲੀ ਜਾਨਵਰ ਵੀ ਰੁੱਖਾਂ ਦੇ ਸਹਾਰੇ ਹੀ ਜੀਵਨ ਕੱਟਦੇ ਹਨ, ਜਿਨ੍ਹਾਂ ਤੋਂ ਸਾਨੂੰ ਖਾਣ ਲਈ ਮਾਸ ਅਤੇ ਪਹਿਨਣ ਲਈ ਕੱਪੜੇ ਦਾ ਸਮਾਨ ਉਪਲਬਧ ਹੁੰਦਾ ਹੈ। ਡੰਡੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੈਰੀਂ ਪਾਈਆਂ ਜੁੱਤੀਆਂ ਵਰਤਣ ਲਈ ਪਰਸ, ਬੈਗ, ਬੈਲਟ, ਬਟੂਏ ਵੀ ਸਾਨੂੰ ਰੁੱਖਾਂ ਦੀ ਬਦੌਲਤ ਹੀ ਪ੍ਰਾਪਤ ਹੁੰਦੇ ਹਨ। ਡੰਡੀ ਇਹਨਾਂ ਤੋਂ ਹੀ ਬਾਂਸ, ਘਾਹ ਅਤੇ ਲੱਕੜੀ ਪ੍ਰਾਪਤ ਕਰਕੇ ਰਹਿਣ ਲਈ ਮਕਾਨ ਅਤੇ ਝੁੱਗੀਆਂ ਬਣਾ ਕੇ ਜੀਵਨ ਨਿਰਬਾਹ ਕਰਦੇ ਹਾਂ। ਪਰ ਇੰਨੀਆਂ ਸੁਗਾਤਾਂ ਦੇਣ ਵਾਲੇ ਰੁੱਖਾਂ ਦੀ ਗਿਣਤੀ ਪ੍ਰਤੀ ਦਿਨ ਘਟਦੀ ਜਾ ਰਹੀ ਹੈ, ਕਿਉਂਕਿ ਸੰਘਣੇ ਜੰਗਲ ਕੱਟ ਕੇ ਸੰਘਣੀ ਆਬਾਦੀ ਦੇ ਸ਼ਹਿਰ ਬਣਾਏ ਜਾ ਰਹੇ ਹਨ। ਡੰਡੀ ਇਹ ਠੀਕ ਹੈ ਕਿ ਆਪਣੀਆਂ ਲੋੜਾਂ ਦੀ ਪ੍ਰਾਪਤੀ ਲਈ ਅਸੀਂ ਰੁੱਖਾਂ ਦਾ ਜੀਵਨ ਤਾਂ ਖਤਮ ਕਰ ਰਹੇ ਹਾਂ, ਪਰ ਨਵੇਂ ਪੌਦੇ ਲਗਾਉਣ ਵੱਲ ਬਹੁਤੇ ਗੰਭੀਰ ਨਹੀਂ। ਡੰਡੀ ਫਲਸਰੂਪ ਸਾਡੇ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਰਹੀ ਹੈ। ਡੰਡੀ ਇਸ ਲਈ ਸਾਨੂੰ ਇਸ ਖੇਤਰ ਵੱਲ ਵੀ ਸੰਜੀਦਾ ਹੋਣ ਦੀ ਸਖਤ ਲੋੜ ਹੈ। ਡੰਡੀ ਕਿਉਂਕਿ ਹਰ ਕਿਸਮ ਦੀ ਭੂਮੀ ਵਿੱਚ ਹਰ ਪ੍ਰਕਾਰ ਦਾ ਪੌਦਾ ਨਹੀਂ ਉਗਾਇਆ ਜਾ ਸਕਦਾ, ਇਸ ਲਈ ਉਸ ਦੀ ਕਿਸਮ ਨੂੰ ਮੁੱਖ ਰੱਖ ਕੇ ਪੌਦੇ ਲਗਾਉਣੇ ਲੋੜੀਂਦੇ ਹਨ। ਡੰਡੀ ਪੰਜਾਬ ਦੇ ਰੇਤਲੇ ਇਲਾਕਿਆਂ ਵਿੱਚ ਸਫੈਦਾ, ਨਿੰਮ, ਕੱਲਰ ਵਾਲੇ ਇਲਾਕੇ ਵਿੱਚ ਜਾਮਣ, ਸਫੈਦਾ, ਬਹੇੜਾ ਅਤੇ ਜਮੋਆ, ਜਦੋਂ ਕਿ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਹਰ ਉਸ ਕਿਸਮ ਦੇ ਰੁੱਖ ਉਗਾ ਸਕਦੇ ਹਾਂ ਜੋ ਪੰਜਾਬ ਵਿੱਚ ਕਿਤੇ ਵੀ ਹੁੰਦੇ ਹਨ। ਡੰਡੀ ਇਹਨਾਂ ਤੋਂ ਛੁੱਟ ਸਾਡੇ ਆਲੇ ਦੁਆਲੇ ਸੜਕਾਂ, ਰੇਲਵੇ ਲਾਈਨਾਂ, ਦਰਿਆਵਾਂ, ਨਦੀਆਂ, ਨਹਿਰਾਂ ਅਤੇ ਸਕੂਲਾਂ, ਹਸਪਤਾਲਾਂ, ਕਾਲਜਾਂ, ਪੰਚਾਇਤ ਘਰਾਂ, ਧਰਮਸ਼ਾਲਾਵਾਂ ਅਤੇ ਹੋਰ ਸਾਂਝੀਆਂ ਥਾਵਾਂ ਵਿੱਚ ਖਾਲੀ ਪਈ ਜ਼ਮੀਨ ਵਿੱਚ ਰੁੱਖ ਲਗਾ ਸਕਦੇ ਹਾਂ, ਜਿਸ ਨਾਲ ਸਾਡੇ ਦੇਸ਼ ਦਾ ਸਰਮਾਇਆ ਵੀ ਵਧੇਗਾ ਅਤੇ ਸਾਡੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਨ ਨੂੰ ਸਾਫ਼ ਕਰਨ ਲਈ ਸਹਾਇਤਾ ਵੀ ਮਿਲੇਗੀ। ਡੰਡੀ ਕਦੇ ਇਹ ਨਾ ਸੋਚੋ ਕਿ ਸਾਂਝੀ ਥਾਂ 'ਤੇ ਲਗਾਇਆ ਰੁੱਖ ਤੁਹਾਡੀ ਕੋਈ ਆਰਥਿਕ ਸਹਾਇਤਾ ਨਹੀਂ ਕਰੇਗਾ, ਸਗੋਂ ਇਹ ਸੋਚੋ ਕਿ ਇਸ ਨਾਲ ਸਾਡੇ ਸਮਾਜ ਦੀ ਕਿੰਨੀ ਸੇਵਾ ਹੋਵੇਗੀ। ਡੰਡੀ ਕੋਈ ਜ਼ਮਾਨਾ ਸੀ ਜਦੋਂ ਕੁੜੀਆਂ ਨੂੰ ਸਹੁਰੇ ਘਰ ਤੋਰਨ ਵੇਲੇ ਤਰ੍ਹਾਂ ਤਰ੍ਹਾਂ ਦੀਆਂ ਸਿੱਖਿਆਵਾਂ, ਸਲਾਹਾਂ, ਅਕਲਾਂ ਦਿੱਤੀਆਂ ਜਾਂਦੀਆਂ ਸਨ। ਡੰਡੀ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਕਿ ਸਹੁਰੇ ਨੂੰ ਪਿਓ ਸਮਾਨ, ਸੱਸ ਨੂੰ ਮਾਂ ਸਮਾਨ
ਨਣਦਾਂ ਨੂੰ ਭੈਣਾਂ ਸਮਾਨ ਸਮਝਣਾ ਹੈ ਡੰਡੀ। ਬਾਕੀ ਦਿਓਰਾਂ ਜੇਠਾਂ ਆਦਿ ਦੇ ਅਲੱਗ ਰਿਸ਼ਤੇ ਬਾਰੇ ਵੀ ਦੱਸਿਆ ਜਾਂਦਾ ਸੀ ਡੰਡੀ। ਸੋ ਇੱਜ਼ਤ ਮਾਣ ਹੁੰਦਾ ਸੀ, ਸੁੱਖਾਂ ਮੰਗੀਆਂ ਜਾਂਦੀਆਂ ਸਨ, ਰਿਸ਼ਤਿਆਂ ਵਿੱਚ ਨਿੱਘ ਹੁੰਦਾ ਸੀ ਡੰਡੀ। ਹਰੇਕ ਰਿਸ਼ਤੇ ਦਾ ਆਪਣਾ ਅਲੱਗ ਸਵਾਦ ਮਤਲਬ ਹੁੰਦਾ ਸੀ। ਉਦੋਂ ਘੁੰਡ ਦਾ ਰਿਵਾਜ ਵੀ ਸੀ ਡੰਡੀ। ਸੋ ਸੰਗਾਂ ਸ਼ਰਮਾਂ ਹੁੰਦੀਆਂ ਸਨ, ਪਰ ਅੱਜ ਜ਼ਮਾਨਾ ਬਦਲ ਗਿਆ ਹੈ ਡੰਡੀ। ਅੱਜ ਕੋਈ ਵਿਰਲਾ ਟਾਵਾਂ ਹੀ ਆਪਣੀ ਕੁੜੀ ਨੂੰ ਉਪਰੋਕਤ ਗੱਲਾਂ ਬਾਰੇ ਦੱਸਣ ਦੀ ਖੇਚਲ ਕਰਦਾ ਹੈ, ਜਦੋਂ ਕਿ ਕਿਤਾਬੀ ਪੜ੍ਹਾਈ ਹੋਰ ਚੀਜ਼ ਹੈ ਡੰਡੀ। ਪਰਿਵਾਰ ਸੁੰਗੜ ਰਹੇ ਹਨ ਡੰਡੀ। ਹੁਣ ਤਾਂ ਬਹੁਤ ਜਗ੍ਹਾ ਦੇਖਣ ਵਿੱਚ ਆਇਆ ਹੈ ਕਿ ਸਹੁਰੇ ਘਰ ਆਈ ਲੜਕੀ ਨੂੰ ਨਹੀਂ, ਸਗੋਂ ਸਹੁਰੇ ਪਰਿਵਾਰ ਸਮੇਤ ਮੁੰਡੇ ਨੂੰ ਲੜਕੀ ਮੁਤਾਬਕ ਬਦਲਣਾ ਪੈਂਦਾ ਹੈ ਡੰਡੀ। ਮੇਰਾ ਇੱਥੇ ਕੁੜੀ ਜਾਂ ਮੁੰਡੇ ਵਿਚਾਲੇ ਫਰਕ ਵਿਤਕਰਾ ਕਰਨ ਦਾ ਮਕਸਦ ਨਹੀਂ ਹੈ ਡੰਡੀ, ਸਗੋਂ ਧੀਆਂ ਭੈਣਾਂ ਕੁੜੀਆਂ ਨੂੰ ਤਾਕੀਦ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ, ਤਾਂ ਜੋ ਰਿਸ਼ਤਿਆਂ ਨਾਤਿਆਂ ਦਾ ਨਿੱਘ ਬਰਕਰਾਰ ਰਹਿ ਸਕੇ ਡੰਡੀ। ਕੇਂਦਰ ਸਰਕਾਰ ਬਿਲਕੁਲ ਹੀ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਡੰਡੀ। ਹੋਰ ਗੱਲਾਂ ਨੂੰ ਛੱਡ ਕੇ ਜੇ ਮਹਿੰਗਾਈ ਦੀ ਗੱਲ ਹੀ ਕਰੀਏ ਤਾਂ ਇਹ ਬੇਕਾਬੂ ਹੋਈ ਪਈ ਹੈ ਡੰਡੀ। ਇਸ ਬਾਬਤ ਹੈਰਾਨਕੁੰਨ ਅੰਕੜੇ ਸਾਹਮਣੇ ਆ ਰਹੇ ਹਨ ਡੰਡੀ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਵੀ ਮਹਿੰਗੀ ਹੈ ਡੰਡੀ। ਸਕੂਲ 'ਚ ਪੜ੍ਹਦਿਆਂ ਅਧਿਆਪਕਾਂ ਦੇ ਮੂੰਹੋਂ ਕਵਿਤਾ ਸੁਣੀ ਸੀ ਕਿ ਕਿਵੇਂ ਬੀਰਬਲ ਦੇ ਇੱਕ ਪਿਆਲੇ ਪਾਣੀ ਦੀ ਕੀਮਤ ਵਜੋਂ ਅਕਬਰ ਨੇ ਆਪਣੀ ਪੂਰੀ ਜਾਇਦਾਦ ਦਾਅ 'ਤੇ ਲਾਉਣ ਦੀ ਗੱਲ ਕਹੀ ਸੀ ਡੰਡੀ। ਜਿੰਨੀ ਵਾਰੀ ਵੀ ਆਕਸੀਜਨ ਦੀ ਘਾਟ ਬਾਰੇ ਖਬਰਾਂ ਪੜ੍ਹੀਦੀਆਂ ਨੇ, ਉਵੇਂ ਉਵੇਂ ਉਹ ਕਵਿਤਾ ਜੇਨ 'ਚ ਕਿਤੇ ਮੁੜ ਜਿਉਂਦੀ ਹੋ ਜਾਂਦੀ ਹੈ ਡੰਡੀ। ਜਿਹੜੀ ਚੀਜ਼ ਮੁਫਤ 'ਚ ਮਿਲੇ ਉਸ ਦੀ ਅਸੀਂ ਕਦਰ ਨਹੀਂ ਪਾਉਂਦੇ ਡੰਡੀ। ਕਾਦਰ ਵੱਲੋਂ ਮਿਲੀਆਂ ਕੀਮਤੀ ਕੁਦਰਤੀ ਸੁਗਾਤਾਂ ਦੀ ਕਦਰ ਪਾਉਣਾ ਅਸੀਂ ਭੁੱਲ ਗਏ ਹਾਂ ਡੰਡੀ। ਭਾਵੇਂ ਰਿਸ਼ਤੇ ਹੋਣ ਜਾਂ ਕੁਦਰਤ ਦੀਆਂ ਦਿੱਤੀਆਂ ਅਨਮੋਲ ਚੀਜ਼ਾਂ ਜਦੋਂ ਤੱਕ ਕੋਲ ਹਨ ਉਦੋਂ ਤੱਕ ਮਹੱਤਵ ਨਹੀਂ ਪਤਾ ਲੱਗਦਾ, ਤੇ ਜਦੋਂ ਦੂਰ ਹੋ ਜਾਂਦੀਆਂ ਤਾਂ ਫਿਰ ਅਕਬਰ ਵਾਂਗੂ ਬੰਦਾ ਪਾਣੀ ਦੀਆਂ 2 ਘੁੱਟਾਂ ਲਈ ਆਪਣੀ ਸਾਰੀ ਉਮਰ ਜੋੜ ਕੇ ਰੱਖੀ ਜਾਇਦਾਦ ਦੀ ਵੀ ਪਰਵਾਹ ਨਹੀਂ ਕਰਦਾ ਡੰਡੀ। ਅਸੀਂ ਕਿੰਨੇ ਡਿਜੀਟਲ ਹੋ ਗਏ ਹਾਂ ਡੰਡੀ। ਦੁਨੀਆ ਦੀ ਹਰ ਸ਼ੈ ਨੂੰ ਅਸੀਂ ਮੁੱਠੀ ਵਿੱਚ ਬੰਦ ਕਰਨ ਦਾ ਭਰਮ ਪਾਲੀ ਬੈਠੇ ਸੀ, ਪਰ ਖੁਦ ਹੀ ਹਨੇਰ ਕਮਰਿਆਂ ਅੰਦਰ ਬੰਦ ਹੋ ਕੇ ਰਹਿ ਗਏ, ਜਿੱਥੇ ਕੁਦਰਤ ਸਾਨੂੰ ਬੋਲਣ ਦਾ ਹੱਕ ਨਹੀਂ ਦਿੰਦੀ, ਜਿੱਥੇ ਸਾਡੀਆਂ ਮਾਰੀਆਂ ਚੀਕਾਂ ਗੂੰਗੀਆਂ ਕੰਧਾਂ ਨਾਲ ਟਕਰਾ ਕੇ ਮੁੜ ਸਾਡੀ ਹੀ ਸੰਗੀ ਫੜ ਲੈਂਦੀਆਂ ਨੇ ਡੰਡੀ। ਦੁਨੀਆ ਦੀ ਹਰ ਸ਼ੈ ਸਾਡੇ ਤੋਂ ਸਾਡੇ ਕੀਮਤੀ ਸਮੇਂ 'ਚ ਕੁਝ ਸਮਾਂ ਲੋਚਦੀ ਹੈ ਡੰਡੀ। ਜੋ ਦੁਨੀਆ ਨੂੰ ਵੰਡਦੇ ਹਾਂ ਉਹੀ ਵਾਪਸ ਮਿਲਦਾ ਡੰਡੀ। ਕੁਦਰਤ ਦਾ ਨਿਯਮ ਹੈ, ਹਰ ਚੀਜ਼ ਦੁੱਗਣੀ ਕਰਕੇ ਮੋੜਦੀ ਹੈ ਡੰਡੀ। ਘਰ ਦੀ ਸੋਹਣੀ ਦਿੱਖ ਲਈ ਦਰਖਤ ਪਟਵਾ ਕੇ ਸੰਗਮਰਮਰ ਦੀਆਂ ਚਿੱਟੀਆਂ ਟਾਈਲਾਂ ਲਗਵਾ ਲਈਆਂ ਤਾਂ ਕਿ ਜ਼ਮੀਨ 'ਚ ਮੁੜ ਕੋਈ ਕਰੂੰਬਲ ਨਾ ਫੁੱਟ ਸਕੇ ਡੰਡੀ। ਜਿਉਂ-ਜਿਉਂ ਅਸੀਂ ਨਿੱਕੇ ਨਿੱਕੇ ਬੂਟੇ ਪੁੰਗਰਨ ਤੋਂ ਰੋਕਦੇ ਰਹੇ, ਤਿਉਂ-ਤਿਉਂ ਅਸੀਂ ਨਕਲੀ ਆਕਸੀਜਨ ਦੇ ਮੁਤਾਜ
ਹੁੰਦੇ ਗਏ ਡੰਡੀ। ਮੌਤ ਦੇ ਡਰੋਂ ਸਭ ਦੇ ਚਿਹਰੇ ਪੀਲੇ ਪੈ ਗਏ ਨੇ ਡੰਡੀ। ਬਾਹਰੋਂ ਮਜ਼ਬੂਤੀ ਦਿਖਾਉਣ ਵਾਲੇ ਅੰਦਰੋਂ ਡਰੇ ਹੋਏ ਨੇ ਡੰਡੀ। ਕਿੰਨਾ ਖਮਿਆਜਾ ਭੁਗਤਣਾ ਪੈ ਰਿਹਾ ਸਾਨੂੰ ਡੰਡੀ। ਜਵਾਨ ਧੀਆਂ ਪੁੱਤਾਂ ਦਾ ਦੁਨੀਆ ਤੋਂ ਤੁਰ ਜਾਣਾ ਕਿੰਨਾ ਅਸਹਿਣ ਯੋਗ ਹੈ ਡੰਡੀ। ਭਵਿੱਖ 'ਚ ਬੱਚਿਆਂ ਲਈ ਇਕੱਲਾ ਕਮਾ ਕੇ ਰੱਖਿਆ ਪੈਸਾ ਕੰਮ ਨਹੀਂ ਆਉਣਾ ਡੰਡੀ। ਜੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਮੁੱਲ ਦੀ ਆਕਸੀਜਨ ਸਹਾਰੇ ਨਕਲੀ ਜ਼ਿੰਦਗੀ ਜਿਉਣ ਤਾਂ ਸਾਨੂੰ ਸੋਚਣਾ ਪਵੇਗਾ, ਕੁਦਰਤ ਦੀ ਸੰਭਾਲ ਕਰਨੀ ਪਵੇਗੀ। ਨਹੀਂ ਤਾਂ ਕੁਦਰਤ ਸਾਨੂੰ ਇਵੇਂ ਹੀ ਸਭ ਦੁੱਗਣਾ ਕਰਕੇ ਮੁੜਦੀ ਰਹੇਗੀ ਡੰਡੀ। ਦਰਖਤ ਕੱਟ ਕੇ ਅਸੀਂ ਚੌਗਿਰਦੇ 'ਚ ਆਪਣੇ ਹੱਥੀਂ ਲਾਸ਼ਾਂ ਦੇ ਢੇਰ ਲਾ ਦਿੱਤੇ ਨੇ ਡੰਡੀ। ਕੁਦਰਤ ਨੇ ਸਾਨੂੰ ਸਾਡੀ ਔਕਾਤ ਯਾਦ ਕਰਵਾਈ ਹੈ ਡੰਡੀ। ਬਿਮਾਰੀ ਨੇ ਸਾਨੂੰ ਅੱਜ ਮੁਫਤ 'ਚ ਮਿਲ ਰਹੀ ਆਕਸੀਜਨ ਦੀ ਕੀਮਤ ਦੱਸ ਦਿੱਤੀ ਹੈ ਡੰਡੀ। ਸਿਲੰਡਰਾਂ 'ਚ ਪਾਈ ਨਕਲੀ ਆਕਸੀਜਨ ਲੱਖਾਂ ਦੀ ਵਿਕ ਰਹੀ ਹੈ ਤੇ ਅਸੀਂ ਕੱਖਾਂ ਦੇ ਹੋ ਗਏ ਹਾਂ ਡੰਡੀ। ਸਿਰ 'ਤੇ ਚੁੱਕੀਆਂ ਘਮੰਡ ਦੀਆਂ ਪੰਡਾਂ ਦੀ ਥਾਂ ਡਰ ਦੀਆਂ ਪੰਡਾਂ ਨੇ ਮੱਲ ਲਈ ਹੈ ਡੰਡੀ। ਬਨੌਟੀ ਸਾਹਾਂ ਲਈ ਵਿਲਕਦਾ ਮਨੁੱਖ ਇਸ ਕੁਦਰਤ ਦੀ ਤਬਾਹੀ ਦਾ ਨਤੀਜਾ ਹੈ ਡੰਡੀ। ਜੇ ਦਰਖਤ ਕੱਟ ਕੇ ਹੀ ਵਿਕਾਸ ਸੰਭਵ ਹੈ ਤਾਂ ਸਾਨੂੰ ਨਹੀਂ ਚਾਹੀਦਾ ਅਜਿਹਾ ਵਿਕਾਸ ਡੰਡੀ। ਖੇਡਾਂ ਨੂੰ ਰਾਜ ਦੇ ਸਾਰੇ ਭਾਗਾਂ ਵਿੱਚ ਪਹੁੰਚਾਉਣ ਲਈ ਫੀਲਡ ਸਰਗਰਮੀਆਂ 'ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ ਡੰਡੀ। ਵਿਭਾਗ ਦੇ ਕੋਚਾਂ ਨੇ ਹੋਣਹਾਰ ਖਿਡਾਰੀਆਂ ਦੀ ਤਲਾਸ਼ ਅਤੇ ਕੋਚਿੰਗ ਸਰਗਰਮੀਆਂ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾਉਣ ਲਈ ਪਹਿਲਾਂ ਵਾਂਗ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੀਆਂ ਸਿੱਖਿਅਕ ਸੰਸਥਾਵਾਂ ਦਾ ਦੌਰਾ ਜਾਰੀ ਰੱਖਿਆ ਡੰਡੀ। ਉਹ ਇਸੇ ਮੰਤਵ ਲਈ ਹੀ ਦੂਰ ਦਰਾਡੇ ਦੇ ਦਿਹਾਤੀ ਖੇਤਰਾਂ ਦਾ ਦੌਰਾ ਵੀ ਕਰਦੇ ਰਹੇ ਹਨ ਡੰਡੀ। ਸਰਕਾਰ ਨੇ ਤਕਨੀਕੀ ਅਗਵਾਈ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦੇ ਹੋਏ ਕੋਚਾਂ ਦੀਆਂ 14 ਅਸਾਮੀਆਂ ਬਣਾ ਕੇ ਵਿਭਾਗ ਦੇ ਅਮਲੇ ਦੀ ਗਿਣਤੀ ਵਧਾਈ ਹੈ ਡੰਡੀ। ਇਸ ਤਰ੍ਹਾਂ ਸਰਕਾਰ ਨੇ ਖੇਡਾਂ ਦੀ ਤਰੱਕੀ ਲਈ ਆਪਣਾ ਉਤਸ਼ਾਹ ਵਧਾਇਆ ਹੈ ਡੰਡੀ। ਇਸ ਵਿਭਾਗ ਦੇ ਕੋਚਾਂ ਨੇ ਪੰਜਾਬ ਦੇ ਸਕੂਲਾਂ ਵਿਭਾਗਾਂ ਅਤੇ ਪੰਜਾਬ ਵਿੱਚ ਸਥਿਤ ਯੂਨੀਵਰਸਿਟੀਆਂ ਦੀਆਂ ਚੋਣਵੀਆਂ ਟੀਮਾਂ ਨੂੰ ਕੌਮੀ ਯੂਨੀਵਰਸਿਟੀਆਂ ਅਤੇ ਹੋਰ ਅੰਤਰਰਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਪਹਿਲਾਂ ਸਿਖਲਾਈ ਦਿੱਤੀ ਡੰਡੀ। ਰਾਜ ਦੇ ਉੱਘੇ ਮਰਦ ਇਸਤਰੀ ਖਿਡਾਰੀਆਂ ਨੂੰ ਉਚਿਤ ਸਮੇਂ ਤੋਂ ਇਲਾਵਾ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ 'ਤੇ ਕੈਂਪ ਲਾਏ ਗਏ ਡੰਡੀ। ਇਹਨਾਂ ਵਿੱਚ ਖਾਣ ਪੀਣ, ਰਿਹਾਇਸ਼ ਅਤੇ ਸਾਜ਼ ਸਮਾਨ ਦਾ ਖਰਚਾ ਵਿਭਾਗ ਦੁਆਰਾ ਕੀਤਾ ਜਾਂਦਾ ਹੈ ਡੰਡੀ। ਵੱਖ-ਵੱਖ ਖੇਡਾਂ ਦੇ ਤਿਉਹਾਰਾਂ ਵਿੱਚ ਮੁਕਾਬਲੇ ਕਰਵਾਉਣਾ ਵਿਭਾਗ ਦੀਆਂ ਸਰਗਰਮੀਆਂ ਵਿੱਚ ਵਿਸ਼ੇਸ਼ ਵਾਧਾ ਹੈ ਡੰਡੀ। ਇਹਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਅੰਮ੍ਰਿਤਸਰ ਵਿੱਚ ਕੀਤਾ ਸਰਵ ਭਾਰਤੀ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਹੈ, ਜਿਹੜਾ ਕਿ ਦੇਸ਼ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਅਰਪਣ ਕਰਨ ਅਤੇ ਰਾਜ ਦੀਆਂ ਕੌਮੀ ਖੇਡਾਂ ਨੂੰ ਲੋੜੀਂਦੀ ਉਤੇਜਨਾ ਦੇਣ ਲਈ ਕਰਾਇਆ ਗਿਆ ਹੈ ਡੰਡੀ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਰਾਜ ਸਪੋਰਟਸ ਕੌਂਸਲ ਕਾਇਮ ਕੀਤੀ ਗਈ ਡੰਡੀ। ਕੌਂਸਲ ਨੇ ਆਪਣੀ ਪਹਿਲੀ ਇਕੱਤਰਤਾ ਵਿੱਚ ਖੇਡਾਂ ਦੀ ਉੱਨਤੀ ਲਈ ਅਹਿਮ ਫੈਸਲੇ ਕੀਤੇ ਡੰਡੀ। ਵੱਖ-ਵੱਖ ਸਪੋਰਟਸ ਸੰਸਥਾਵਾਂ ਨੂੰ ਨਿਤਾ ਪ੍ਰਤੀ ਸਰਗਰਮੀਆਂ
ਖਿਡਾਰੀਆਂ ਅਰਥਾਤ ਪ੍ਰਸਿੱਧ ਖੇਡ ਮੁਕਾਬਲੇ ਕਰਵਾਉਣ ਅਤੇ ਕੌਮੀ ਅਤੇ ਦੂਜੇ ਅੰਤਰਰਾਜੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੇ ਸਾਧਨਾਂ ਵਿੱਚ ਵਾਧਾ ਕਰਨ ਲਈ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ। ਦਿਹਾਤੀ ਖੇਤਰਾਂ ਵਿੱਚ ਖੇਡ ਦੇ ਮੈਦਾਨ ਬਣਾਉਣ ਲਈ ਵੀ ਮਾਲੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਖੇਡਾਂ ਦੇ ਨਵੇਂ ਮੈਦਾਨ ਬਣਾਉਣ ਅਤੇ ਪਹਿਲੇ ਮੈਦਾਨਾਂ ਦੀ ਸੰਭਾਲ ਲਈ ਵੀ ਕਾਫੀ ਰਕਮ ਖਰਚ ਕੀਤੀ ਗਈ ਹੈ। ਪ੍ਰਮੁੱਖ ਖਿਡਾਰੀਆਂ ਨੂੰ ਪਹਿਲਾਂ ਵਾਂਗ ਖੇਡਾਂ ਦੇ ਦਰਜਾ ਸਰਟੀਫਿਕੇਟ ਦਿੱਤੇ ਗਏ ਤਾਂ ਜੋ ਉਹ ਮੈਡੀਕਲ ਅਤੇ ਤਕਨੀਕੀ ਸੰਸਥਾਵਾਂ ਵਿੱਚ ਦਾਖਲਾ ਪ੍ਰਾਪਤ ਕਰ ਸਕਣ। ਵਿਭਾਗ ਦੇ ਕੋਚਾਂ ਅਤੇ ਅਫਸਰਾਂ ਨੇ ਦਿਹਾਤੀ ਖੇਤਰਾਂ ਵਿੱਚ ਖੇਡ ਸਰਗਰਮੀਆਂ ਅਤੇ ਮੁਕਾਬਲੇ ਜਿਨ੍ਹਾਂ ਵਿੱਚ ਪੰਚਾਇਤ ਖੇਡ ਮੁਕਾਬਲੇ ਵੀ ਸ਼ਾਮਲ ਹਨ ਕਰਵਾਉਣ ਵਿੱਚ ਵਿਸ਼ੇਸ਼ ਕੰਮ ਕੀਤਾ ਹੈ। ਵਿਭਾਗ ਨੂੰ ਪਹਿਲੀ ਵਾਰੀ ਵੱਖ-ਵੱਖ ਰਾਜਾਂ ਦੀਆਂ ਟੀਮਾਂ ਜਿਹੜੀਆਂ ਕਿ 10 ਮਾਰਚ 1976 ਤੋਂ ਸ਼ੁਰੂ ਹੋਣ ਵਾਲੇ ਇੰਟਰ ਸਿਵਲ ਸਰਵਿਸਿਜ਼ ਕ੍ਰਿਕਟ ਖੇਡ ਮੁਕਾਬਲੇ ਵਿੱਚ ਭਾਗ ਲੈਣ ਲਈ ਚੰਡੀਗੜ੍ਹ ਆ ਰਹੀਆਂ ਹਨ ਦੀ ਮੇਜ਼ਬਾਨੀ ਦਾ ਮਾਣ ਪ੍ਰਾਪਤ ਹੋਵੇਗਾ। ਕਰੋਨਾ ਨੇ ਇੱਕ ਵਾਰ ਫਿਰ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਰਕਾਰਾਂ ਦਾ ਇੱਕ ਦੂਜੀ 'ਤੇ ਜ਼ਿੰਮੇਵਾਰੀ ਸੁੱਟਣਾ ਇੰਜ ਲੱਗਦਾ ਹੈ ਜਿਵੇਂ ਉਹਨਾਂ ਨੂੰ ਸੱਤਾ ਵਿੱਚ ਰਹਿਣ ਤੋਂ ਸਿਵਾਏ ਹੋਰ ਕੋਈ ਫਿਕਰ ਫਾਕਾ ਨਹੀਂ ਹੈ। ਦੇਸ਼ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ। ਲੋਕਾਂ 'ਚ ਗੁੱਸਾ ਅਤੇ ਨਿਰਾਸ਼ਾ ਵੱਧਦੀ ਜਾ ਰਹੀ ਹੈ। ਇਹਨਾਂ ਦੋਹਾਂ ਦਾ ਵਧਣਾ ਬੇਹੱਦ ਚਿੰਤਾ ਵਾਲੀ ਗੱਲ ਹੈ। ਪਿਛਲੇ ਸਾਲ ਕਰੋਨਾ ਆਇਆ ਸੀ ਤਾਂ ਲੋਕਾਂ ਵਿੱਚ ਸਹਿਮ ਅਤੇ ਡਰ ਸੀ। ਸਰਕਾਰੀ ਹਦਾਇਤਾਂ ਦੀ ਪਾਲਣਾ ਹਰ ਕਿਸੇ ਨੇ ਕੀਤੀ ਸੀ। ਲਾਕਡਾਊਨ ਲਾ ਕੇ ਸਰਕਾਰ ਨੇ ਮੁਸੀਬਤ ਨਾਲ ਲੜਨ ਦੇ ਪ੍ਰਬੰਧ ਕਰਨੇ ਸਨ ਪਰ ਕੀਤਾ ਤਾਂ ਕੁਝ ਵੀ ਨਹੀਂ ਲੱਗਦਾ। ਜਿਵੇਂ ਨਲਾਇਕ ਬੱਚੇ ਜਦ ਘਰ ਦਾ ਕੰਮ ਕਰਕੇ ਨਹੀਂ ਆਉਂਦੇ ਤਾਂ ਇਸ ਬਾਬਤ ਮਾਸਟਰ ਜੀ ਕੋਲ ਤਰ੍ਹਾਂ ਦੇ ਬਹਾਨੇ ਲਾਉਣ ਲੱਗਦੇ ਹਨ। ਠੀਕ ਉਸੇ ਤਰ੍ਹਾਂ ਅੱਜ ਕੱਲ੍ਹ ਸਰਕਾਰਾਂ ਕਰ ਰਹੀਆਂ ਹਨ। ਲੋਕ ਆਕਸੀਜਨ ਦੀ ਘਾਟ ਕਾਰਨ ਤੜਫ ਕੇ ਦਮ ਤੋੜ ਰਹੇ ਹਨ। ਦਵਾਈਆਂ ਦੀ ਘਾਟ ਹੈ। ਹਸਪਤਾਲਾਂ ਵਿੱਚ ਪ੍ਰਬੰਧਾਂ ਦੀ ਪੋਲ ਖੁੱਲ੍ਹ ਰਹੀ ਹੈ। ਇਸ ਤੋਂ ਵੀ ਘਟੀਆ ਅਤੇ ਬੇਸ਼ਰਮੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਅਜਿਹੇ ਹਾਲਾਤ ਵਿੱਚ ਵੀ ਕੁਝ ਲੋਕ ਕਾਲਾ ਬਾਜ਼ਾਰੀ ਕਰ ਰਹੇ ਹਨ। ਇਹ ਸਰਕਾਰਾਂ ਅਤੇ ਉਸ ਦੇ ਵਿਭਾਗਾਂ ਦਾ ਨਿਕੰਮਾਪਨ ਹੈ। ਲੋਕਾਂ ਦੇ ਬਿਜ਼ਨਸ ਤਬਾਹ ਹੋ ਗਏ ਹਨ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਸਰਕਾਰਾਂ ਵਿੱਚ ਬੈਠੇ ਸਿਆਸਤਦਾਨਾਂ ਨੂੰ ਇਸ ਸਭ ਦਾ ਕੋਈ ਫਰਕ ਨਹੀਂ ਪੈਂਦਾ ਦਿਸ ਰਿਹਾ। ਨੌਕਰਸ਼ਾਹੀ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਮਹਿੰਗਾਈ ਨੇ ਲੋਕਾਂ ਲਈ ਰੋਟੀ ਖਾਣੀ ਵੀ ਔਖੀ ਕਰ ਦਿੱਤੀ ਹੈ ਕਿਉਂਕਿ ਸਰਕਾਰਾਂ ਦਾ ਉਸ 'ਤੇ ਵੀ ਕੋਈ ਕਾਬੂ ਨਹੀਂ। ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਹਨਾਂ ਦੀ ਰੋਜੀ ਰੋਟੀ ਅਤੇ ਦੂਸਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਸਰਕਾਰ ਦਾ ਫਰਜ਼ ਹੈ। ਬਿਪਤਾ ਲਈ ਰੱਖੇ ਪੈਸੇ ਜੇਕਰ ਫਜ਼ੂਲ ਵਿੱਚ ਉਡਾਏ ਜਾਣ ਬੈਂਕਾਂ ਦੇ ਪੈਸੇ ਵੱਡੇ ਪੂੰਜੀਪਤੀ ਲੈ ਕੇ ਭੱਜ ਜਾਣ ਤਾਂ ਲੋਕਾਂ ਦੀ ਹਾਲਤ ਜੋ ਅੱਜ ਹੈ
ਹੋਣੀ ਹੀ ਸੀ ਡੰਡੀ। ਇਸ ਵਿੱਚ ਕੋਈ ਸੁਧਾਰ ਕਰਨ ਲਈ ਸਰਕਾਰਾਂ ਕੁਝ ਕਰਨਗੀਆਂ, ਇਹ ਆਸ ਕਰਨੀ ਸਾਡੀ ਮੂਰਖਤਾ ਹੈ ਡੰਡੀ। ਅਸੀਂ ਕਦੇ ਚੋਣਾਂ ਵੇਲੇ ਸਰਕਾਰੀ ਹਸਪਤਾਲਾਂ ਦੀ ਗੱਲ ਹੀ ਨਹੀਂ ਕੀਤੀ ਡੰਡੀ। ਚੰਗੇ ਸਰਕਾਰੀ ਸਕੂਲਾਂ ਬਾਰੇ ਸਿਆਸਤਦਾਨਾਂ ਕੋਲੋਂ ਪੁੱਛਿਆ ਹੀ ਨਹੀਂ ਡੰਡੀ। ਕਦੇ ਵੋਟ ਵੇਚ ਦਿੱਤੀ ਅਤੇ ਕਦੇ ਕਿਸੇ ਦੇ ਕਹਿਣ 'ਤੇ ਪਾ ਦਿੱਤੀ ਡੰਡੀ। ਜੇਕਰ ਅਸੀਂ ਇਸ ਸਭ ਤੋਂ ਕੁਝ ਨਾ ਸਿੱਖਿਆ ਤਾਂ ਹਾਲਾਤ ਬੇਹੱਦ ਵਿਗੜ ਜਾਣਗੇ ਡੰਡੀ। ਆਮ ਤੌਰ 'ਤੇ ਸਿਆਸਤਦਾਨਾਂ ਦਾ ਕੁਰਸੀ ਹਾਸਲ ਕਰਨਾ ਹੀ ਟੀਚਾ ਹੁੰਦਾ ਹੈ ਅਤੇ ਅਸੀਂ ਉਹ ਪੂਰਾ ਕਰਦੇ ਹਾਂ ਡੰਡੀ। ਇੰਜ ਲੱਗ ਰਿਹਾ ਹੈ ਕਿ ਕੁਦਰਤ ਨੇ ਸਾਨੂੰ ਜਗਾਉਣ ਲਈ ਹੀ ਇੰਨਾ ਵੱਡਾ ਹਲੂਣਾ ਦਿੱਤਾ ਹੈ ਡੰਡੀ। ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਲੱਖਾਂ ਯਤਨ ਸੰਘਰਸ਼ ਕਰਨੇ ਪੈਂਦੇ ਹਨ ਡੰਡੀ। ਇਨਸਾਨ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਸਫਲਤਾ ਦੀ ਪੌੜੀ ਚੜ੍ਹਦਾ ਹੈ ਡੰਡੀ। ਕਈ ਵਾਰ ਇਨਸਾਨ ਮੁਸ਼ਕਲਾਂ ਤੋਂ ਥੱਕ ਹਾਰ ਕੇ ਢੇਰੀ ਢਾਹ ਕੇ ਬੈਠ ਜਾਂਦਾ ਹੈ ਡੰਡੀ। ਉਹ ਸੋਚਦਾ ਹੈ ਕਿ ਜ਼ਿੰਦਗੀ 'ਚ ਮੁਸੀਬਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਡੰਡੀ। ਜੇਕਰ ਦੇਖਿਆ ਜਾਵੇ ਤਾਂ ਜ਼ਿੰਦਗੀ ਵਿੱਚ ਜੇਕਰ ਅਸੀਂ ਮੁਸੀਬਤਾਂ ਨਾਲ ਨਹੀਂ ਲੜਦੇ ਤਾਂ ਮਜ਼ਬੂਤ ਕਿਸ ਤਰ੍ਹਾਂ ਬਣਾਂਗੇ ਪ੍ਰਸ਼ਨ ਚਿੰਨ੍ਹ। ਜੋ ਇਨਸਾਨ ਜ਼ਿੰਦਗੀ ਵਿੱਚ ਮੁਸ਼ਕਲਾਂ ਮੁਸੀਬਤਾਂ ਝੱਲਦੇ ਹਨ ਉਹੀ ਤਰੱਕੀ ਦੇ ਰਾਹ 'ਤੇ ਅੱਗੇ ਵੱਧਦੇ ਹਨ ਡੰਡੀ। ਜੇਕਰ ਮੁਸੀਬਤਾਂ ਨਾ ਹੋਣ ਤਾਂ ਜ਼ਿੰਦਗੀ ਬੇਰਸੀ ਜਿਹੀ ਲੱਗੇ ਡੰਡੀ। ਜੇਕਰ ਮਿਹਨਤ, ਆਸ, ਦ੍ਰਿੜਤਾ, ਲਗਨ ਪੱਕੀ ਹੋਵੇ ਤਾਂ ਬੰਦਾ ਹਰ ਜੰਗ ਜਿੱਤ ਸਕਦਾ ਹੈ ਡੰਡੀ। ਉਕਤ ਦਾ ਨਿਚੋੜ ਇਹੀ ਹੈ ਕਿ ਇਨਸਾਨ ਨੂੰ ਹਰ ਮੁਸ਼ਕਲ ਦਾ ਡਟ ਕੇ ਟਾਕਰਾ ਕਰਨਾ ਚਾਹੀਦਾ ਹੈ ਡੰਡੀ। ਇਹ ਗੱਲ ਹਮੇਸ਼ਾ ਚੇਤੇ ਰੱਖਣੀ। ਕਈ ਵਾਰ ਤਾਲਾ ਗੁੱਛੇ ਦੀ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ ਡੰਡੀ। 4-5 ਸਾਲ ਪਹਿਲਾਂ ਦੀ ਗੱਲ ਹੈ ਕਿ ਸ਼ਾਮ ਦੇ 7 ਕੁ ਵਜੇ ਹੋਣਗੇ ਡੰਡੀ। ਮੈਨੂੰ ਮੇਰੇ ਇੱਕ ਦੋਸਤ ਦਾ ਚੰਡੀਗੜ੍ਹ ਤੋਂ ਫੋਨ ਆਇਆ ਡੰਡੀ। ਉਸ ਨੇ ਫੋਨ ਉੱਤੇ ਮੈਨੂੰ ਕਿਹਾ ਕਿ ਮੈਂ ਤੇਰੇ ਕੋਲ ਇੱਕ ਬੰਦਾ ਭੇਜ ਰਿਹਾ ਹਾਂ, ਉਹ ਤੇਰੇ ਕੋਲ ਠੀਕ 8 ਵਜੇ ਪਹੁੰਚ ਜਾਵੇਗਾ ਡੰਡੀ। ਉਹ ਰਾਤ ਤੇਰੇ ਕੋਲ ਰੁਕੇਗਾ ਤੇ ਖਾਣਾ ਵੀ ਤੇਰੇ ਕੋਲ ਖਾਵੇਗਾ ਡੰਡੀ। ਬਾਕੀ ਗੱਲ ਫਿਰ ਕਰਾਂਗੇ ਡੰਡੀ। 7:15 ਵਜੇ ਸਾਡੇ ਘਰ ਦੀ ਘੰਟੀ ਵੱਜੀ ਡੰਡੀ। ਮੇਰੇ ਸਾਹਮਣੇ ਉਹੀ ਵਿਅਕਤੀ ਖੜ੍ਹਾ ਸੀ ਜਿਸ ਬਾਰੇ ਮੈਨੂੰ ਫੋਨ ਆਇਆ ਸੀ ਡੰਡੀ। ਉਸਨੇ ਆਪਣੇ ਸਾਰੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੈਥੋਂ ਅੰਦਰ ਆਉਣ ਦੀ ਆਗਿਆ ਮੰਗੀ ਡੰਡੀ। ਉਸ ਦੇ ਬੋਲਣ ਦੀ ਨਜ਼ਾਕਤ ਨੇ ਮਿੰਟਾਂ ਵਿੱਚ ਮੇਰੇ ਉੱਤੇ ਇਸ ਤਰ੍ਹਾਂ ਦਾ ਪ੍ਰਭਾਵ ਪਾਇਆ ਕਿ ਮੈਨੂੰ ਇੰਜ ਲੱਗਾ ਕਿ ਮੇਰੇ ਲਈ ਉਹ ਕੋਈ ਅਜਨਬੀ ਨਹੀਂ ਹੈ ਡੰਡੀ। ਮੈਂ ਤਾਂ ਸੋਚਿਆ ਸੀ ਕਿ ਆਉਣ ਵਾਲਾ ਵਿਅਕਤੀ ਪੈਂਟ ਕਮੀਜ਼ ਵਿੱਚ ਹੋਵੇਗਾ, ਪਰ ਉਸਨੇ ਤਾਂ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਮੋਢੇ 'ਤੇ ਝੋਲਾ ਪਾਇਆ ਹੋਇਆ ਸੀ ਡੰਡੀ। ਮੈਂ ਉਸਨੂੰ ਪੁੱਛਿਆ, ਚਾਹ ਮਿੱਠੇ ਵਾਲੀ ਪੀਓਗੇ ਜਾਂ ਫਿੱਕੀ? ਉਸਨੇ ਬਿਨਾਂ ਝਿਜਕੇ ਕਿਹਾ, ਸ਼੍ਰੀਮਾਨ ਜੀ, ਮੈਂ ਰਾਤ ਨੂੰ 9 ਵਜੇ 2 ਚਪਾਤੀਆਂ ਅਤੇ 1 ਕਟੋਰੀ ਦਾਲ ਦੀ ਲਵਾਂਗਾ ਡੰਡੀ। ਰਾਤ ਨੂੰ ਸੌਣ ਲੱਗਿਆਂ 1 ਕੱਪ ਦੁੱਧ ਦਾ ਮਿਲ ਜਾਵੇ ਤਾਂ ਠੀਕ ਹੋਵੇਗਾ ਡੰਡੀ। ਇਸ ਤੋਂ ਵੱਧ ਮੇਰੇ ਲਈ ਕੁਝ ਨਾ ਬਣਾਉਣਾ ਡੰਡੀ। ਮੈਂ ਤਾਂ ਉਸ ਲਈ ਦਾਲ ਨਾਲ 2 ਸਬਜ਼ੀਆਂ, ਸਲਾਦ ਅਤੇ ਮਿੱਠੇ ਦਾ ਪ੍ਰਬੰਧ ਕੀਤਾ ਹੋਇਆ ਸੀ ਡੰਡੀ। ਉਸਨੇ ਭੋਜਨ ਖਾਣ ਤੋਂ ਪਹਿਲਾਂ ਆਪਣਾ ਪਾਇਆ ਹੋਇਆ ਕੁੜਤਾ ਪਜਾਮਾ ਧੋ ਕੇ ਸੁੱਕਣਾ ਪਾ ਦਿੱਤਾ ਅਤੇ ਨਵਾਂ ਪਾ ਲਿਆ ਡੰਡੀ। ਮੈਂ ਸੋਚਿਆ ਕਿ ਹੋ ਸਕਦਾ ਹੈ ਉਸ ਨੇ ਰਾਤ
ਰਾਤ ਹੋਣ ਕਾਰਨ 2 ਚਪਾਤੀਆਂ ਖਾਣੀਆਂ ਹੋਣਗੀਆਂ ਡੰਡੀ। ਨਾਸ਼ਤੇ ਵਿੱਚ ਉਹ ਪਰਾਂਠੇ ਜਾਂ ਛੋਲੇ ਪੂੜੀਆਂ ਖਾ ਲਵੇਗਾ ਡੰਡੀ। ਮੇਰੇ ਮਨ ਵਿੱਚ ਇਹ ਵਿਚਾਰ ਸੀ ਕਿ ਉਸਨੂੰ ਰਾਤ ਦਾ ਖਾਣਾ ਖਾਣ ਸਮੇਂ ਨਾਸ਼ਤੇ ਬਾਰੇ ਪੁੱਛਾਂਗਾ ਡੰਡੀ। ਅਸੀਂ ਦੋਵਾਂ ਨੇ ਰਾਤ ਦਾ ਖਾਣਾ ਇਕੱਠਿਆਂ ਹੀ ਖਾਧਾ ਡੰਡੀ। ਖਾਣਾ ਖਾਂਦਿਆਂ ਮੈਂ ਉਸਨੂੰ ਸਵਾਲ ਕੀਤਾ, ਸਰ ਸਵੇਰੇ ਨਾਸ਼ਤੇ ਵਿੱਚ ਕੀ ਖਾਵੋਗੇ, ਛੋਲੇ ਪੂੜੀਆਂ ਜਾਂ ਫਿਰ ਪਰਾਂਠਾ? ਉਹ ਅੱਗੋਂ ਬੋਲਿਆ, ਪ੍ਰਿੰਸੀਪਲ ਸਾਹਿਬ, ਨਾ ਛੋਲੇ ਪੂੜੀਆਂ ਅਤੇ ਨਾ ਪਰਾਂਠੇ, ਸਿਰਫ 2 ਗ੍ਰਾਮ ਤੜਕੇ ਹੋਏ ਜਾਂ ਭੁੱਜੇ ਕਾਲੇ ਛੋਲੇ ਅਤੇ 1 ਗਲਾਸ ਦੁੱਧ ਦਾ ਲਵਾਂਗਾ ਡੰਡੀ। ਉਸ ਦਾ ਜਵਾਬ ਸੁਣ ਕੇ ਮੈਂ ਉਸਨੂੰ ਫਿਰ ਸਵਾਲ ਕੀਤਾ, ਸਰ ਕੀ ਗੱਲ, ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ ਜਿਹੜਾ ਇੰਨਾ ਘੱਟ ਖਾਣਾ ਖਾਂਦੇ ਹੋ? ਮੇਰਾ ਪ੍ਰਸ਼ਨ ਸੁਣ ਕੇ ਉਹ ਬੋਲਿਆ, ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਕੱਲ੍ਹ ਨਾਸ਼ਤੇ ਤੋਂ ਬਾਅਦ ਦੇਵਾਂਗਾ ਡੰਡੀ। ਕਿਰਪਾ ਕਰਕੇ ਮੇਰਾ ਨਾਸ਼ਤਾ ਸਵੇਰੇ 8 ਵਜੇ ਤਿਆਰ ਕਰ ਦੇਣਾ ਡੰਡੀ। ਠੀਕ 9 ਵਜੇ ਮੈਂ ਤੁਹਾਡੇ ਘਰ ਤੋਂ ਚਲਾ ਜਾਵਾਂਗਾ ਡੰਡੀ। ਨਾਸ਼ਤਾ ਕਰਨ ਤੋਂ ਬਾਅਦ ਮੈਂ ਅੱਧਾ ਘੰਟਾ ਤੁਹਾਡੇ ਨਾਲ ਗੱਲਾਂ ਕਰਾਂਗਾ ਡੰਡੀ। ਤੁਹਾਡੇ ਮਿੱਤਰ ਨੇ ਮੈਨੂੰ ਇਸੇ ਉਦੇਸ਼ ਨਾਲ ਤੁਹਾਡੇ ਕੋਲ ਭੇਜਿਆ ਹੈ ਡੰਡੀ। ਉਸ ਨੇ ਰਾਤ ਦਾ ਭੋਜਨ ਖਾਣ ਤੋਂ ਬਾਅਦ ਅੱਧਾ ਘੰਟਾ ਸੈਰ ਕੀਤੀ ਅਤੇ ਸੌਣ ਵਾਲੇ ਕਮਰੇ ਵਿੱਚ ਚਲਾ ਗਿਆ ਡੰਡੀ। ਕਮਰੇ ਵਿੱਚ ਪੁੱਜ ਕੇ ਉਸਨੇ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਫ਼ੋਨ ਬੰਦ ਕੀਤਾ ਡੰਡੀ। ਉਸ ਤੋਂ ਬਾਅਦ 1 ਘੰਟਾ ਕੋਈ ਕਿਤਾਬ ਪੜ੍ਹਦਾ ਰਿਹਾ ਡੰਡੀ। ਮੈਂ ਤਾਂ ਸੋਚਦਾ ਸੀ ਕਿ ਇਸ ਵਿਅਕਤੀ ਦੀ ਉਮਰ 50-55 ਵਰ੍ਹੇ ਹੋਵੇਗੀ, ਪਰ ਉਹ ਤਾਂ 59 ਵਰ੍ਹਿਆਂ ਦਾ ਸੀ ਡੰਡੀ। ਉਹ ਸਵੇਰੇ 4 ਵਜੇ ਉੱਠ ਕੇ ਸੈਰ ਨੂੰ ਨਿਕਲ ਗਿਆ ਡੰਡੀ। ਸੈਰ ਤੋਂ ਮੁੜ ਕੇ ਉਸਨੇ ਯੋਗਾ ਕੀਤਾ ਡੰਡੀ। ਮੈਂ ਤਾਂ ਸੋਚ ਰਿਹਾ ਸੀ ਕਿ ਉਹ ਬੈੱਡ ਟੀ ਮੰਗੇਗਾ, ਪਰ ਉਹ ਇਸ਼ਨਾਨ ਕਰਨ ਤੋਂ ਬਾਅਦ ਆਪਣੀ ਕਿਤਾਬ ਪੜ੍ਹਨ ਲੱਗ ਗਿਆ ਡੰਡੀ। ਠੀਕ 8 ਵਜੇ ਉਹ ਨਾਸ਼ਤੇ ਲਈ ਬੈਠ ਗਿਆ ਡੰਡੀ। ਨਾਸ਼ਤਾ ਕਰਨ ਤੋਂ ਬਾਅਦ ਉਸਨੇ ਮੈਨੂੰ, ਮੇਰੀ ਪਤਨੀ ਅਤੇ ਬੱਚਿਆਂ ਨੂੰ ਇਕੱਠੇ ਬਿਠਾ ਲਿਆ ਡੰਡੀ। ਉਸਨੇ ਸਾਨੂੰ ਸੰਬੋਧਨ ਕਰਦਿਆਂ ਕਿਹਾ, ਪ੍ਰਿੰਸੀਪਲ ਸਾਹਿਬ, ਇਸ ਦੁਨੀਆ ਵਿੱਚ ਸਬਰ, ਸੰਤੋਖ, ਤਿਆਗ ਅਤੇ ਦੂਜਿਆਂ ਦਾ ਭਲਾ ਕਰਨ ਨਾਲੋਂ ਕੋਈ ਵੀ ਵੱਡੀ ਚੀਜ਼ ਨਹੀਂ ਹੈ ਡੰਡੀ। ਰਾਤੀਂ ਤੁਸੀਂ ਮੈਨੂੰ ਮੇਰੀ ਸਿਹਤ ਬਾਰੇ ਪੁੱਛ ਰਹੇ ਸੀ ਡੰਡੀ। ਮੇਰੀ ਉਮਰ 59 ਵਰ੍ਹੇ ਹੋ ਚੁੱਕੀ ਹੈ ਡੰਡੀ। ਮੈਂ ਚੀਫ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹਾਂ ਡੰਡੀ। ਮੈਂ 2 ਵਰ੍ਹੇ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ ਸੀ ਡੰਡੀ। ਮੇਰੇ ਦੋਨੋਂ ਪੁੱਤਰ ਬਹੁਤ ਹੀ ਉੱਚ ਅਹੁਦਿਆਂ 'ਤੇ ਲੱਗੇ ਹੋਏ ਹਨ। ਉਹਨਾਂ ਦੇ ਆਪਣੇ ਪਰਿਵਾਰ ਹਨ ਡੰਡੀ। ਮੈਂ ਆਪਣੀ ਸਾਰੀ ਪੈਨਸ਼ਨ ਲੋਕ ਭਲਾਈ ਦੇ ਕੰਮਾਂ 'ਤੇ ਖਰਚ ਕਰਦਾ ਹਾਂ ਡੰਡੀ। ਮੈਂ ਜ਼ਿਆਦਾ ਖਰਚ ਗਰੀਬ ਬੱਚਿਆਂ ਦੀ ਪੜ੍ਹਾਈ 'ਤੇ ਕਰਦਾ ਹਾਂ ਡੰਡੀ। ਸਾਡੇ ਪੇਟ ਨੂੰ ਸਿਰਫ 250 ਗ੍ਰਾਮ ਖਾਣੇ ਦੀ ਲੋੜ ਹੁੰਦੀ ਹੈ, ਪਰ ਅਸੀਂ ਦੂਜਿਆਂ ਦਾ ਹਿੱਸਾ ਵੀ ਖਾ ਕੇ ਆਪਣੇ ਆਪ ਨੂੰ 36 ਬਿਮਾਰੀਆਂ ਲਵਾ ਬੈਠਦੇ ਹਾਂ ਡੰਡੀ। ਮੈਂ ਜਿਹੜੀ ਖੁਰਾਕ ਤੁਹਾਡੇ ਕੋਲ ਖਾਧੀ ਹੈ ਉਹੀ ਕੁਝ ਮੈਂ ਹਰ ਰੋਜ਼ ਖਾਂਦਾ ਹਾਂ ਡੰਡੀ। ਮੈਂ ਆਪਣੇ ਹਿੱਸੇ ਦੀਆਂ ਰੋਟੀਆਂ ਕਿਸੇ ਗਰੀਬ ਜਾਂ ਪਸ਼ੂ ਨੂੰ ਦੇ ਦਿੰਦਾ ਹਾਂ ਡੰਡੀ। ਇਸ ਦੇ ਮੈਨੂੰ 2 ਲਾਭ ਹਨ ਡੰਡੀ। ਇੱਕ ਤਾਂ ਮੇਰੀ ਸਿਹਤ ਠੀਕ ਰਹਿੰਦੀ ਹੈ, ਦੂਸਰਾ ਮੈਂ ਦੂਜਿਆਂ ਦਾ ਹਿੱਸਾ ਖਾਣ ਤੋਂ ਬਚ ਜਾਂਦਾ ਹਾਂ ਡੰਡੀ। ਤੁਹਾਡੇ ਘਰ ਮੈਂ ਜਿਹੜੀਆਂ 4 ਰੋਟੀਆਂ ਨਹੀਂ ਖਾਧੀਆਂ ਉਹ ਹੁਣ
ਜਾਂਦਾ ਹੋਇਆ ਆਪਣੇ ਨਾਲ ਲੈ ਜਾਵਾਂਗਾ। ਡੰਡੀ। ਰਸਤੇ ਵਿੱਚ ਕੋਈ ਵੀ ਗਰੀਬ ਮੰਗਤਾ ਜਾਂ ਕੋਈ ਪਸ਼ੂ ਮਿਲੇਗਾ ਉਸ ਨੂੰ ਦੇ ਦਿਆਂਗਾ। ਡੰਡੀ। ਹੁਣ ਇੱਥੋਂ ਮੈਂ ਇੱਕ ਕਸਬੇ ਵਿੱਚ ਜਾਵਾਂਗਾ। ਡੰਡੀ। ਉਸ ਕਸਬੇ ਦੇ ਲੋਕਾਂ ਨੂੰ ਇਹੋ ਗੱਲਾਂ ਦੱਸਾਂਗਾ। ਡੰਡੀ। ਤੁਹਾਡੇ ਪਾਸ ਆਉਣ ਦਾ ਵੀ ਮੇਰਾ ਇਹੋ ਉਦੇਸ਼ ਸੀ। ਡੰਡੀ। ਦਿਲ ਕਰਦਾ ਸੀ ਕਿ ਉਹ ਵਿਅਕਤੀ ਬੋਲਦਾ ਰਹੇ ਅਤੇ ਅਸੀਂ ਸੁਣਦੇ ਰਹੀਏ। ਡੰਡੀ। ਮੇਰੀ ਪਤਨੀ ਨੇ 4 ਰੋਟੀਆਂ ਬਣਾ ਕੇ ਉਸ ਨੂੰ ਦੇ ਦਿੱਤੀਆਂ। ਡੰਡੀ। ਜਦੋਂ ਉਹ ਜਾਣ ਲੱਗਾ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਬੱਸ ਅੱਡੇ ਤੱਕ ਛੱਡ ਆਉਂਦਾ ਹਾਂ, ਪਰ ਉਸਨੇ ਅੱਗੋਂ ਕਿਹਾ, ਪ੍ਰਿੰਸੀਪਲ ਸਾਹਿਬ, ਜਦੋਂ ਤੱਕ ਬੰਦੇ ਦੀਆਂ ਟੰਗਾਂ ਚੱਲਦੀਆਂ ਰਹਿਣ ਉਦੋਂ ਤੱਕ ਉਸ ਨੂੰ ਤੁਰਦੇ ਰਹਿਣਾ ਚਾਹੀਦਾ ਹੈ। ਡੰਡੀ। ਉਹ ਸੰਤਾਂ ਵਰਗੀ ਜ਼ਿੰਦਗੀ ਜਿਉਣ ਵਾਲਾ ਵਿਅਕਤੀ ਮੇਰੇ ਘਰ ਤੋਂ ਤਾਂ ਚਲਾ ਗਿਆ, ਪਰ ਅੱਜ ਵੀ ਉਹ ਮੇਰੇ ਮਨ ਵਿੱਚ ਬੈਠਾ ਹੋਇਆ ਹੈ। ਡੰਡੀ। ਉਸਨੇ ਸੰਤਾਂ ਵਾਲਾ ਬਾਣਾ ਤਾਂ ਨਹੀਂ ਪਾਇਆ ਹੋਇਆ ਸੀ, ਪਰ ਉਹ ਮੇਰੀ ਨਜ਼ਰ ਵਿੱਚ ਸੰਤ ਹੀ ਸੀ। ਡੰਡੀ। ਜੇਕਰ ਸਾਡੇ ਦੇਸ਼ ਦਾ ਹਰ ਵਿਅਕਤੀ ਸਬਰ, ਸੰਤੋਖ ਅਤੇ ਤਿਆਗ ਵਾਲੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਵੇ ਤਾਂ ਯਕੀਨਨ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ। ਡੰਡੀ। ਕਰੋਨਾ ਦੀ ਦੂਜੀ ਲਹਿਰ ਦਾ ਅਸਰ ਵੀ ਸਾਰੇ ਸੰਸਾਰ 'ਤੇ ਪਿਆ ਹੈ। ਡੰਡੀ। ਇਹ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਵੀ ਭਿਆਨਕ ਦਿਸ ਰਹੀ ਹੈ। ਡੰਡੀ। ਦੂਜੇ ਪਾਸੇ ਦੇਖਿਆ ਜਾਵੇ ਤਾਂ ਟੀਕਾਕਰਨ ਦੀ ਗਤੀ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਡੰਡੀ। ਭਾਰਤ ਵਰਗੇ ਦੇਸ਼ ਵਿਚਲੀ ਦੂਜੀ ਲਹਿਰ ਨੇ ਸਾਰੇ ਸੰਸਾਰ ਵਿੱਚ ਖਲਬਲੀ ਮਚਾ ਦਿੱਤੀ ਹੈ। ਡੰਡੀ। ਵਿਸ਼ਵ ਗੁਰੂ ਬਣਦਾ ਬਣਦਾ ਇਹ ਦੇਸ਼ ਅੱਜ ਬੜੀ ਨਾਜ਼ੁਕ ਦਹਲੀਜ਼ 'ਤੇ ਆ ਖੜਾ ਹੈ। ਡੰਡੀ। ਆਸਟ੍ਰੇਲੀਆ ਵਿੱਚ ਕਰੋਨਾ ਦੀ ਦੂਜੀ ਲਹਿਰ ਦਾ ਅਸਰ ਕੁਝ ਘੱਟ ਦੇਖਣ ਨੂੰ ਮਿਲ ਰਿਹਾ ਹੈ। ਡੰਡੀ। ਇਸ ਦੇ ਕਈ ਕਾਰਨ ਹਨ। ਡੰਡੀ। ਇਸ ਵਕਤ ਆਸਟ੍ਰੇਲੀਆ ਦੇ ਸਾਰੇ ਸੂਬਿਆਂ ਵਿੱਚ ਸਥਿਤੀ ਬੜੀ ਆਮ ਜਿਹੀ ਹੈ। ਡੰਡੀ। ਲੋਕ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਬਿਤਾ ਰਹੇ ਹਨ। ਡੰਡੀ। ਰੈਸਟੋਰੈਂਟ ਖੁੱਲ੍ਹੇ ਪਏ ਹਨ। ਸ਼ਾਪਿੰਗ ਸੈਂਟਰਾਂ ਵਿੱਚ ਭੀੜਾਂ ਨਜ਼ਰ ਆ ਰਹੀਆਂ ਹਨ। ਡੰਡੀ। ਸਕੂਲ, ਕਾਲਜ, ਯੂਨੀਵਰਸਿਟੀਆਂ ਖੁੱਲ੍ਹੀਆਂ ਹੋਈਆਂ ਹਨ। ਡੰਡੀ। ਪਾਰਕਾਂ ਵਿੱਚ ਪੂਰੀ ਰੌਣਕ ਨਜ਼ਰ ਆ ਰਹੀ ਹੈ। ਡੰਡੀ। ਇਸ ਦਾ ਮਤਲਬ ਇਹ ਨਹੀਂ ਕਿ ਇੱਥੋਂ ਦੇ ਪ੍ਰਸ਼ਾਸਨ ਨੇ ਕਰੋਨਾ ਨੂੰ ਭੁਲਾ ਦਿੱਤਾ ਹੈ। ਡੰਡੀ। ਕਿਸੇ ਵੀ ਸੂਬੇ ਵਿੱਚ ਕੋਈ ਕੇਸ ਆ ਜਾਵੇ ਤਾਂ ਇੱਕਦਮ ਸਖਤੀ ਨਾਲ ਨਜਿੱਠਿਆ ਜਾਂਦਾ ਹੈ ਅਤੇ ਉਸ ਵਿਅਕਤੀ ਦਾ ਖੁਰਾ ਖੋਜ ਲੱਭਣ ਦੀ ਗੰਭੀਰ ਕੋਸ਼ਿਸ਼ ਕੀਤੀ ਜਾਂਦੀ ਹੈ। ਡੰਡੀ। ਲਾਗ ਵਾਲਾ ਉਹ ਵਿਅਕਤੀ ਕਿਸ ਦਿਨ, ਕਿਸ ਵਕਤ ਤੇ ਕਿਸ ਸ਼ਾਪਿੰਗ ਮਾਲ ਵਿੱਚ ਗਿਆ ਸੀ, ਕਿੰਨਾ ਚਿਰ ਉੱਥੇ ਰਿਹਾ ਸੀ, ਕਿਹੜੀ ਬੱਸ ਜਾਂ ਗੱਡੀ ਵਿੱਚ ਕਿੰਨੇ ਵਜੇ ਸਫ਼ਰ ਕੀਤਾ ਸੀ, ਕਿਹੜੇ ਕਿਹੜੇ ਰੈਸਟੋਰੈਂਟ ਵਿੱਚ ਗਿਆ ਸੀ, ਕਿਸ ਦੇ ਸੰਪਰਕ ਵਿੱਚ ਆਇਆ ਸੀ ਆਦਿ ਸਭ ਕਾਸੇ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਡੰਡੀ। ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾਂਦੀ ਹੈ। ਡੰਡੀ। ਭਾਵੇਂ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਜਾਂਦਾ, ਪਰ ਉਸ ਸਮੇਂ ਇਹਨਾਂ ਸਥਾਨਾਂ 'ਤੇ ਜਾਣ ਵਾਲੇ ਵਿਅਕਤੀਆਂ ਨੂੰ ਆਪਣੇ ਟੈਸਟ ਕਰਵਾਉਣ ਅਤੇ ਇਕਾਂਤਵਾਸ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਡੰਡੀ। ਇਹ ਸਭ ਕੁਝ ਉੱਥੋਂ ਦੀ ਆਬਾਦੀ ਘੱਟ ਹੋਣ ਅਤੇ ਸਖਤ ਪ੍ਰਬੰਧਾਂ ਕਾਰਨ ਹੀ ਸੰਭਵ ਹੈ। ਡੰਡੀ। ਇੱਥੇ ਤਕਰੀਬਨ ਹਰ ਛੋਟੀ ਵੱਡੀ ਦੁਕਾਨ 'ਤੇ ਸੈਨੀਟਾਈਜ਼ਰਜ਼ ਦੀਆਂ ਬੋਤਲਾਂ
ਕਾਊਂਟਰਾਂ 'ਤੇ ਪਈਆਂ ਤੁਸੀਂ ਆਮ ਦੇਖ ਸਕਦੇ ਹੋ ਡੰਡੀ। ਬੱਸਾਂ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਜ਼ਿਆਦਾਤਰ ਲੋਕ ਮਾਸਕ ਪਾਈ ਦਿਖਾਈ ਦਿੰਦੇ ਹਨ ਡੰਡੀ। ਬੱਸਾਂ ਵਿੱਚ ਜ਼ਿਆਦਾ ਭੀੜ ਨਹੀਂ ਹੋਣ ਦਿੱਤੀ ਜਾਂਦੀ ਡੰਡੀ। ਟੀਕਾਕਰਨ ਅਤੇ ਟੈਸਟਿੰਗ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਡੰਡੀ। ਨਾ ਹੀ ਟੈਸਟਿੰਗ ਦੀ ਕੋਈ ਫੀਸ ਚਾਰਜ ਕੀਤੀ ਜਾਂਦੀ ਹੈ, ਨਾ ਟੀਕਾ ਲਗਵਾਉਣ ਦੀ ਡੰਡੀ। ਸਭ ਕੁਝ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ ਡੰਡੀ। ਰੈਗੂਲਰ ਸਥਾਪਿਤ ਮੈਡੀਕਲ ਸੈਂਟਰਾਂ ਤੋਂ ਇਲਾਵਾ ਕਈ ਜਗ੍ਹਾ ਡਰਾਈਵ ਥਰੂ ਸਥਾਪਿਤ ਕਰਕੇ ਅਜਿਹੇ ਕਾਰਜ ਕੀਤੇ ਜਾ ਰਹੇ ਹਨ ਡੰਡੀ। ਵੈਕਸੀਨੇਸ਼ਨ ਕਰਨ ਤੋਂ ਪਹਿਲਾਂ ਕਿਸੇ ਨੂੰ ਕੋਈ ਬਿਮਾਰੀ ਹੋਣ ਬਾਰੇ ਬਕਾਇਦਾ ਪੁੱਛਿਆ ਜਾਂਦਾ ਹੈ ਡੰਡੀ। ਬਾਅਦ ਵਿੱਚ ਵੀ ਉਸ ਨੂੰ ਕੁਝ ਸਮੇਂ ਲਈ ਮੈਡੀਕਲ ਸੈਂਟਰ ਵਿੱਚ ਰੁਕਣ ਲਈ ਕਿਹਾ ਜਾਂਦਾ ਹੈ ਤਾਂ ਕਿ ਟੀਕੇ ਉਪਰੰਤ ਕੋਈ ਰਿਐਕਸ਼ਨ ਆਦਿ ਨਜ਼ਰ ਆਵੇ ਤਾਂ ਉਸ ਦਾ ਇਲਾਜ ਕੀਤਾ ਜਾ ਸਕੇ ਡੰਡੀ। ਦੂਜੇ ਪਾਸੇ ਇੱਥੇ ਭਾਰਤੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਡੰਡੀ। ਹਰੇਕ ਦੇ ਆਪਣੇ ਰਿਸ਼ਤੇਦਾਰ ਭਾਰਤ ਵਿੱਚ ਹਨ ਡੰਡੀ। ਭਾਰਤ ਵਿੱਚ ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਇੱਥੇ ਰਹਿਣ ਵਾਲਾ ਹਰੇਕ ਭਾਰਤੀ ਬਹੁਤ ਚਿੰਤਤ ਹੈ ਡੰਡੀ। ਕਿਸੇ ਦਾ ਭਰਾ ਭਾਰਤ ਵਿੱਚ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਹੈ, ਕਿਸੇ ਦਾ ਬਾਪ, ਕਿਸੇ ਦੀ ਮਾਂ, ਕਿਸੇ ਦੀ ਭੈਣ ਡੰਡੀ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਹੜਾ ਕਰੋਨਾ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ ਡੰਡੀ। ਦਿਨ ਬ ਦਿਨ ਖਬਰਾਂ ਮਾੜੀਆਂ ਆ ਰਹੀਆਂ ਹਨ ਡੰਡੀ। ਕਿਧਰੇ ਆਕਸੀਜਨ ਨਹੀਂ ਮਿਲ ਰਹੀ, ਕਿਧਰੇ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ, ਕਿਸੇ ਨੂੰ ਵੈਂਟੀਲੇਟਰ ਨਹੀਂ ਮਿਲ ਰਹੇ, ਐਂਬੂਲੈਂਸਾਂ ਦੀ ਘਾਟ ਦਿਖਾਈ ਦੇ ਰਹੀ ਹੈ ਡੰਡੀ। ਕਿਧਰੇ ਵੈਕਸੀਨੇਸ਼ਨ ਲਈ ਟੀਕੇ ਨਹੀਂ ਮਿਲ ਰਹੇ ਡੰਡੀ। ਇੱਥੋਂ ਤੱਕ ਕਿ ਸ਼ਮਸ਼ਾਨ ਘਾਟਾਂ ਵਿੱਚ ਸੰਸਕਾਰ ਲਈ ਰਿਸ਼ਤੇਦਾਰਾਂ ਨੂੰ ਤਰਲੋ ਮੱਛੀ ਹੋਣਾ ਪੈ ਰਿਹਾ ਹੈ ਡੰਡੀ। ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਸੰਸਕਾਰ ਲਈ ਲੱਕੜਾਂ ਦੀ ਘਾਟ ਹੋਣ ਕਾਰਨ ਲਾਸ਼ਾਂ ਨੂੰ ਦਰਿਆਵਾਂ ਵਿੱਚ ਪ੍ਰਵਾਹ ਕੀਤਾ ਜਾ ਰਿਹਾ ਹੈ ਡੰਡੀ। ਸਰਕਾਰ ਦੀਆਂ ਨਾਕਾਮੀਆਂ ਦੀਆਂ ਖਬਰਾਂ ਆ ਰਹੀਆਂ ਹਨ ਡੰਡੀ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸਰਕਾਰ ਦੀ ਢਿੱਲ ਮੱਠ ਕਾਰਨ ਵਿਦੇਸ਼ ਵਿੱਚੋਂ ਮਦਦ ਲਈ ਆਇਆ ਲੱਖਾਂ ਦਾ ਸਮਾਨ ਕਈ ਦਿਨ ਏਅਰਪੋਰਟ 'ਤੇ ਕਾਗਜ਼ੀ ਕਾਰਵਾਈ ਦੀ ਉਲਝਣ ਵਿੱਚ ਫਸਿਆ ਰਹਿੰਦਾ ਹੈ ਡੰਡੀ। ਭਾਰਤ ਸਰਕਾਰ ਨੇ ਸਮਾਂ ਰਹਿੰਦਿਆਂ ਕਰੋਨਾ ਦੇ ਟਾਕਰੇ ਲਈ ਕੋਈ ਜ਼ਿਆਦਾ ਤਿਆਰੀ ਨਾ ਕੀਤੀ ਡੰਡੀ। ਸਰਕਾਰ ਦੀ ਢਿੱਲ ਮੱਠ ਕਾਰਨ ਸਥਿਤੀ ਇੰਨੀ ਵਿਗੜ ਗਈ ਕਿ ਵੱਸੋਂ ਬਾਹਰ ਹੋ ਗਈ ਡੰਡੀ। ਆਸਟ੍ਰੇਲੀਆ ਵਿੱਚ ਲੋਕਾਂ ਦੀ ਆਮ ਰਾਏ ਹੈ ਕਿ ਭਾਰਤ ਦੀ ਸਰਕਾਰ ਚਾਹੁੰਦੀ ਤਾਂ ਬੰਗਾਲ ਸਮੇਤ 5 ਸੂਬਿਆਂ ਵਿੱਚ ਚੋਣਾਂ ਦੀ ਪ੍ਰਕਿਰਿਆ 'ਤੇ ਰੋਕ ਲਗਾ ਸਕਦੀ ਸੀ ਡੰਡੀ। ਚੋਣ ਕਮਿਸ਼ਨਰ ਭਾਵੇਂ ਇੱਕ ਆਜ਼ਾਦ ਸੰਸਥਾ ਹੈ, ਪਰ ਉਹ ਵੀ ਕਿਸੇ ਦਬਾਅ ਹੇਠ ਕੰਮ ਕਰਦਾ ਨਜ਼ਰ ਆ ਰਿਹਾ ਹੈ ਡੰਡੀ। ਇਸ ਭਿਆਨਕ ਮਹਾਂਮਾਰੀ ਵਿੱਚ ਸਰਕਾਰ ਆਪਣੀ ਤਾਕਤ ਦਿਖਾ ਕੇ ਆਦੇਸ਼ ਜਾਂ ਆਰਡੀਨੈਂਸ ਜਾਰੀ ਕਰਕੇ ਕਹਿ ਸਕਦੀ ਸੀ ਕਿ ਮਹਾਂਮਾਰੀ ਦੌਰਾਨ ਕੋਈ ਚੋਣ ਨਾ ਕਰਵਾਈ ਜਾ ਸਕਦੀ ਡੰਡੀ। ਦੂਜੇ ਪਾਸੇ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਕੁੰਭ ਦੇ ਮੌਕੇ ਸ਼ਾਹੀ ਇਸ਼ਨਾਨ ਲਈ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਹੋਣ ਦੀ ਪ੍ਰਵਾਨਗੀ ਦੇਣੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਡੰਡੀ। ਹੁਣ ਤੱਕ ਇਸ ਬਿਮਾਰੀ ਦੇ ਗੰਭੀਰ ਸਿੱਟਿਆਂ ਦੀ ਸਮਝ ਆਮ ਲੋਕਾਂ ਨੂੰ ਵੀ ਆ ਜਾਣੀ ਚਾਹੀਦੀ ਹੈ ਡੰਡੀ। ਸੰਗਰਾਂਦ ਅਤੇ ਮੱਸਿਆ 'ਤੇ ਵੀ ਉਸੇ ਤਰ੍ਹਾਂ ਭੀੜ ਉਮੜ ਰਹੀ ਹੈ। ਹਾਂ, ਕਿਸਾਨਾਂ ਦਾ ਮਸਲਾ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਡੰਡੀ।
ਡੰਡੀ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਆਪਣੇ ਹੱਕਾਂ ਲਈ 6 ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਵਿੱਚ ਦਿੱਲੀ ਦੇ ਬਾਰਡਰ 'ਤੇ ਇਕੱਠੇ ਹੋਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡੰਡੀ। ਸਰਕਾਰ ਅਤੇ ਕਿਸਾਨਾਂ ਵਿੱਚ ਡੈਡਲਾਕ ਬਣਿਆ ਹੋਇਆ ਹੈ। ਡੰਡੀ। ਸਰਕਾਰ ਕਾਨੂੰਨਾਂ ਨੂੰ ਆਪਣੇ ਪੱਧਰ 'ਤੇ 2-2.5 ਸਾਲ ਲਈ ਅੱਗੇ ਪਾਉਣ ਲਈ ਇੱਕ ਤਰਫਾ ਐਲਾਨ ਕਰ ਦਿੰਦੀ ਹੈ। ਡੰਡੀ। ਕਿੰਨਾ ਚੰਗਾ ਹੁੰਦਾ ਜੇ ਉਹ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਸਭ ਧਿਰਾਂ ਨਾਲ ਵਿਚਾਰ ਚਰਚਾ ਕਰ ਲੈਂਦੀ। ਡੰਡੀ। ਇਸ ਸਭ ਦੇ ਦਰਮਿਆਨ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਟੂਰਿਸਟ ਵੀਜ਼ੇ 'ਤੇ ਭਾਰਤ 'ਚੋਂ ਇੱਥੇ ਆਪਣੇ ਬੱਚਿਆਂ ਕੋਲ ਆਏ ਹੋਏ ਹਨ। ਡੰਡੀ। ਭਾਵੇਂ ਇਹ ਲੋਕ ਕਰੋਨਾ ਵਰਗੀ ਆਫਤ ਤੋਂ ਬਚੇ ਹੋਏ ਹਨ, ਪਰ ਭਾਰਤ ਵਿੱਚ ਆਪਣੇ ਕਈ ਰਿਸ਼ਤੇਦਾਰਾਂ ਦੀਆਂ ਇਹਨਾਂ ਦਿਨਾਂ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ 'ਤੇ ਬਾਕੀ ਪਰਿਵਾਰ ਮੈਂਬਰਾਂ ਨੂੰ ਢਾਰਸ ਵੀ ਨਹੀਂ ਬਣਾ ਸਕਦੇ। ਡੰਡੀ। ਬਹੁਤ ਸਾਰੇ ਕਰੋਨਾ ਤੋਂ ਪਹਿਲਾਂ ਇੱਥੇ ਪੁੱਜੇ ਸਨ ਜਿਨ੍ਹਾਂ ਦੇ ਵੀਜ਼ੇ ਵੀ ਖਤਮ ਹੋ ਗਏ ਸਨ। ਡੰਡੀ। ਕਈ ਤਾਂ 2-2 ਵਾਰੀ ਵੀਜ਼ਾ ਵਧਾ ਚੁੱਕੇ ਹਨ। ਡੰਡੀ। ਕਈ ਵੀਜ਼ਾ ਵਧਾਉਣ ਲਈ ਕਤਾਰ ਵਿੱਚ ਲੱਗੇ ਹੋਏ ਹਨ। ਡੰਡੀ। ਸੁਣਨ ਵਿੱਚ ਆਇਆ ਹੈ ਕਿ 4-4 ਮਹੀਨਿਆਂ ਦੀ ਵੇਟਿੰਗ ਚੱਲ ਰਹੀ ਹੈ। ਡੰਡੀ। ਭਾਵਨਾਤਮਕ ਤੌਰ 'ਤੇ ਇਹ ਲੋਕ ਭਾਰਤ ਨਾ ਤਾਂ ਜਾ ਸਕਣ ਕਾਰਨ ਪਰੇਸ਼ਾਨ ਵੀ ਹਨ। ਡੰਡੀ। ਦੂਜੇ ਪਾਸੇ ਇੱਥੋਂ ਦੀ ਸਰਕਾਰ ਵੀਜ਼ੇ ਵਧਾਉਣ ਦੀ ਆੜ ਵਿੱਚ ਵੱਡੀ ਕਮਾਈ ਕਰ ਰਹੀ ਹੈ। ਡੰਡੀ। ਮੌਜੂਦਾ ਸਰਕਾਰ ਨੇ ਸਾਰੀਆਂ ਫਲਾਈਟਾਂ 'ਤੇ ਰੋਕ ਲਾ ਦਿੱਤੀ ਹੈ। ਡੰਡੀ। ਆਸਟ੍ਰੇਲੀਆ ਦੇ ਬਹੁਤ ਸਾਰੇ ਪੱਕੇ ਵਾਸੀ ਵੀ ਭਾਰਤ ਵਿੱਚ ਵਸੇ ਹੋਏ ਹਨ, ਪਰ ਸਰਕਾਰ ਉਹਨਾਂ ਨੂੰ ਇੱਥੇ ਲਿਆਉਣ ਵਿੱਚ ਵੀ ਦਿਲਚਸਪੀ ਨਹੀਂ ਲੈ ਰਹੀ। ਡੰਡੀ। ਕਾਰਨ ਇਹੀ ਹੈ ਕਿ ਕਿਤੇ ਇਹ ਵਾਇਰਸ ਉਹਨਾਂ ਰਾਹੀਂ ਇੱਥੇ ਨਾ ਪਹੁੰਚ ਜਾਵੇ। ਡੰਡੀ। ਇੰਝ ਪ੍ਰਤੀਤ ਹੁੰਦਾ ਹੈ ਕਿ ਜੇ ਭਾਰਤ ਵਿਚਲੀ ਹਾਲਤ ਇਸੇ ਤਰ੍ਹਾਂ ਰਹੀ ਤਾਂ ਦੋਹਾਂ ਦੇਸ਼ਾਂ ਵਿੱਚ ਆਮ ਆਵਾਜਾਈ 2022 ਤੋਂ ਪਹਿਲਾਂ ਬਹਾਲ ਹੋਣ ਵਾਲੀ ਨਹੀਂ ਲੱਗਦੀ। ਡੰਡੀ। ਆਸਟ੍ਰੇਲੀਆ ਦੀ ਸਰਕਾਰ ਨੇ ਕਰੋਨਾ ਦੀ ਪਹਿਲੀ ਲਹਿਰ ਵੇਲੇ ਪ੍ਰਭਾਵਿਤ ਹੋਏ ਹਰ ਵਿਅਕਤੀ ਅਤੇ ਵਪਾਰ ਦੀ ਮਾਇਕ ਤੌਰ 'ਤੇ ਮਦਦ ਕੀਤੀ ਸੀ। ਡੰਡੀ। ਇਸ ਵਕਤ ਆਸਟ੍ਰੇਲੀਆ ਵਿੱਚ ਅਜੇ ਤੱਕ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਪਰ ਇੱਥੇ ਫਸ ਚੁੱਕੇ ਟੂਰਿਸਟਾਂ ਦੇ ਖਰਚੇ ਤਾਂ ਪਰਿਵਾਰ ਨੂੰ ਹੀ ਸਹਿਣੇ ਪੈ ਰਹੇ ਹਨ। ਡੰਡੀ। ਇਸ ਸਬੰਧ ਵਿੱਚ ਇੱਥੋਂ ਦੀ ਸਰਕਾਰ ਨੇ ਕੁਝ ਨਹੀਂ ਸੋਚਿਆ। ਡੰਡੀ। ਇੱਥੇ ਫਸੇ ਭਾਰਤੀ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਮਾਨਵਤਾ ਪ੍ਰੇਮੀ ਭਾਰਤ ਦੀ ਨਾਜ਼ੁਕ ਸਥਿਤੀ ਤੋਂ ਚਿੰਤਤ ਹਨ। ਡੰਡੀ। ਕਈ ਵਾਰ ਗੱਲਬਾਤ ਦੌਰਾਨ ਉਹਨਾਂ ਦੀ ਚਿੰਤਾ ਦੇਖਣ ਨੂੰ ਮਿਲੀ ਹੈ। ਡੰਡੀ। ਹਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਦੀ ਸਹਾਇਤਾ ਕਰ ਰਿਹਾ ਹੈ। ਡੰਡੀ। ਕਈ ਉਪਰਾਲੇ ਸਮੂਹਿਕ ਤੌਰ 'ਤੇ ਵੀ ਹੋ ਰਹੇ ਹਨ। ਡੰਡੀ।